हे दयाल लाल प्राणनाथ अनाथ सखे दीन दर्द निवार। हे समरथ अगम पूरन मोहे मया धार। अंधकूप महाभयान नानक पार उतार। जुग जुग अटल शब्द गुरु धन धन साहिब श्री गुरु ग्रंथ साहिब जी की पावन बाणी गुर इतिहास ते गुर सिद्धांत नाल सांझ पाण लई जुड़ बैठी सरबत संगत जीओ सिमर फतेह प्रवान करनी। वाहिगुरु जी का खालसा वाहिगुरु जी की फतेह। गुरु परमेश्वर जी की अपार कृपा सदका आप संगतां दी असीसां सदका ਆਪਾਂ बाबा नानक जी के 9वें जामे राही बख्शिश होई बाणी की लड़ीवार विचार कर रहे सी। उस लड़ी विचों अज आपां राग जयजावंती का पहला शब्द गुरु ग्रंथ साहिब दे विच जो गुरु ग्रंथ साहिब जी के पावन अंक 1352 ते सुभायमान है, उसकी विचार रल मिल के गुरु पातशाह के चरणों का उटासरा लैके सांझी करने का यत्न करांगे। और आप सबनों ये जानकारी है कि गुरु ग्रंथ साहिब विच जिहड़े 31 रागां विच बाणी बख्शिश हुई है, ये राग 9वें पातशाह वालों ही बख्शिश किया होया राग है। सो पहला शब्द का पाठ कर लेने आप, फिर सहजे सहजे विचारांगे जियो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। राग जयजावंती महला नौवा। राम सिमर यह तेरा काज है। माया को संग त्याग प्रभु जू की शरण लाग। जगत सुख मान मिथ्या झूठो सब साज है। रहा सुपने जो तन पछान काहे पर करत मान। बारू की भीत जैसे वसुधा को राज है। नानक जन कहत बात बिनस जह तेरो गात। छिन छिन कर गयो काल तैसे जात आज है। नानक जन कहत बात बिनस जह तेरो गात। छिन छिन कर गयो काल तैसे जात आज है। आरंभ दे विच मूल मंत्र है। मूल मंत्र दे अर्थ विचार आप सारे जानते हो, अपन संक्षेप जे कर लेने हैं। एक ओंकार निरंकार परमात्मा परमेश्वर वाहिगुरु अल्लाह रब, उसनों जिस नाम नाल भी कोई जीव याद करे, जिहड़ा सारी सृष्टि का सिरजनहार है, पालनहार है और अखीर विच उन्होंने विनाश करने वाला विनाश करने वाला भी वो आप है, समेटन वाला भी वो आप है। जिहड़ा सारियां विच एक समान रमिया होया, जिहदी हस्ती जिहदी होंद सथाई है, सदीवी है, सच्ची है, कोई मनोकल्पित नहीं है। करता पुरख सब कुछ करन कराउण वाला है। निरभव जिसनों किसी का डर नहीं, क्योंकि वो सारियां तो समर्थ है, सारियां नूं आप पैदा करता है बनाउंदा है। संसार विच कोई ऐसी हस्ती नहीं जिहड़ी उन्होंने डरा सके। निर्वैर
ਕਿਸੇ ਨਾਲ ਕੋਈ ਵੈਰ ਨਹੀਂ, ਚਾਹੇ ਕੋਈ ਉਹਨੂੰ ਯਾਦ ਕਰਦਾ ਹੈ ਚਾਹੇ ਨਹੀਂ ਯਾਦ ਕਰਦਾ। ਸੰਸਾਰ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀ ਅੰਗਰੇਜ਼ੀ ਦੀ ਕੋਟ ਹੈ, ਆਊਟ ਆਫ ਸਾਈਟ ਆਊਟ ਆਫ ਮਾਈਂਡ। ਬੰਦਾ ਅੱਖਾਂ ਤੋਂ ਦੂਰ ਹੁੰਦਾ ਹੈ, ਫਿਜ਼ੀਕਲ ਵਿਛੋੜਾ ਹੁੰਦਾ ਹੈ, ਰਿਸ਼ਤੇ ਨਾਤੇ ਸੰਬੰਧ ਵੀ ਉਹ ਕਮਜ਼ੋਰ ਪੈ ਜਾਂਦੇ ਆ। ਔਰ ਬਹੁਤੇ ਨਾਤੇ ਸੰਬੰਧ ਜਿਹੜੇ ਨੇ ਜਿਨ੍ਹਾਂ ਨਾਲ ਵਿਚਾਰ ਨਾ ਮਿਲਦੇ ਹੋਣ, ਜਿਹੜੇ ਤੁਹਾਡੇ ਕਿਸੇ ਗੱਲ ਦੇ ਕਿਸੇ ਔਗਣ ਤੇ ਸਵਾਲ ਚੁੱਕਦੇ ਹੋਣ, ਉਹਨਾਂ ਨਾਲ ਆਪਾਂ ਗੱਲਬਾਤ ਕਮਿਊਨੀਕੇਸ਼ਨ ਆਪਾਂ ਕਹਿ ਦਿੰਦੇ ਅਕਸਰ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਹੈ ਜੀ। ਅਕਸਰ ਆਪਾਂ ਗੱਲਬਾਤ ਕਹਿੰਦੇ ਹਾਂ, ਆਪਾਂ ਉਹਨਾਂ ਨਾਲ ਕਿਤੇ ਨਾ ਕਿਤੇ ਅੰਦਰ ਮਨ ਵਿੱਚ ਕੋਈ ਰਸ਼ਕ ਰੱਖਦੇ ਹਾਂ, ਲੇਕਿਨ ਉਹ ਨਿਰੰਕਾਰ ਪਰਮਾਤਮਾ ਗੁਰੂ ਪਰਮੇਸ਼ਰ ਐਸੀ ਨਿਰਮਲ ਹਸਤੀ ਨੇ, ਚਾਹੇ ਉਹਨਾਂ ਨੂੰ ਕੋਈ ਮੰਨਦਾ ਹੈ ਚਾਹੇ ਨਹੀਂ ਮੰਨਦਾ, ਉਹ ਕਿਸੇ ਨਾਲ ਕੋਈ ਵੈਰ ਵਿਰੋਧ ਵਾਲੀ ਭਾਵਨਾ ਉਹਨਾਂ 'ਚ ਨਹੀਂ ਹੈ। ਨਿਰਵੈਰ ਅਕਾਲ ਮੂਰਤ, ਜੋ ਵੀ ਦਿਸਦਾ ਹੈ ਉਹ ਸਮੇਂ ਦੇ ਪ੍ਰਭਾਵ ਦੇ ਵਿੱਚ ਹੈ। ਅੱਜ ਨਵਾਂ ਕੱਲ ਨੂੰ ਪੁਰਾਣਾ ਹੋ ਜਾਏਗਾ। ਹੌਲੀ ਹੌਲੀ ਸਮਾਂ ਪਾ ਕੇ ਜੀਵਨ ਦੀ ਮਿਆਦ ਵੱਖਰੀ ਵੱਖਰੀ ਹੋ ਸਕਦੀ, ਕਿਸੇ ਦੀ ਸਾਲ, ਕਿਸੇ ਦੀ 10 ਸਾਲ, 50, 100, 1000 ਸਾਲ, ਕਈ ਹਜ਼ਾਰ ਸਾਲ ਵੀ ਹੋ ਸਕਦੀ ਹੈ। ਲੇਕਿਨ ਜੋ ਵੀ ਉਸ ਮਾਲਕ ਦੇ ਹੁਕਮ ਦੇ ਵਿੱਚ ਸਿਰਜਿਆ ਗਿਆ ਉਹਨੇ ਵਿੰਸਣਾ ਹੈ। ਲੇਕਿਨ ਨਿਰੰਕਾਰ ਪਰਮੇਸ਼ਰ ਤੇ ਸਮੇਂ ਦਾ ਪ੍ਰਭਾਵ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਉਹ ਹਮੇਸ਼ਾ ਹੀ ਸਦੀਵੀ ਹੈ ਔਰ ਨਵਾਂ ਨਰੋ ਹੈ। ਮੂਰਤ ਅਕਾਲ ਮੂਰਤ ਭਾਵ ਉਹਦੀ ਹਸਤੀ ਇਹ ਹੈ ਜਿਸ ਤੇ ਸਮੇਂ ਦਾ ਪ੍ਰਭਾਵ ਨਹੀਂ ਹੈ, ਕਾਲ ਤੋਂ ਸਮੇਂ ਦੀ ਪਕੜ ਤੋਂ ਬੰਦਿਸ਼ ਤੋਂ ਰਹਿਤ ਹੈ, ਮੁਕਤ ਹੈ। ਅਜੂਨੀ ਜਿਹੜਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਹੈ, ਬਾਕੀ ਸੰਸਾਰ ਹੈਗਾ ਹੈ ਲੇਕਿਨ ਉਹ ਜਨਮ ਨਹੀਂ ਲੈਂਦਾ, ਇਸ ਕਰਕੇ ਉਹਦਾ ਚਲਾਣਾ ਵੀ ਮੌਤ ਵੀ ਨਹੀਂ ਹੈ ਔਰ ਬਰਥ ਰੀਬਰਥ ਦੇ ਸਾਈਕਲ ਵਿੱਚ ਵੀ ਨਹੀਂ ਹੈ। ਸਹਿਭੰਗ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਉਸਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਸਤੀ ਹੈ। ਗੁਰਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਸਦਕਾ ਨਿਰੰਕਾਰ ਪ੍ਰਭੂ ਨੂੰ ਜਾਣਿਆ ਪਛਾਣਿਆ ਮਿਲਿਆ, ਉਹਦੇ ਨਾਲ ਇੱਕਮਿਕ ਹੋਇਆ ਜਾ ਸਕਦਾ ਹੈ। ਰਾਗ ਜੈਜਾਵੰਤੀ ਰਾਗ ਦਾ ਨਾਮ ਹੈ। ਮਹਲਾ 9ਵਾਂ ਭਾਵ ਬਾਬੇ ਨਾਨਕ ਦੇ 9ਵੇਂ ਜਾਮੇ ਰਾਹੀਂ ਬਖਸ਼ਿਸ਼ ਹੋਈ ਇਹ ਬਾਣੀ ਹੈ। ਪਹਿਲਾ ਬੰਦ ਹੀ ਰਹਾਉ ਦਾ ਬੰਦ ਹੈ। ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਰਹਾਉ ਸਾਹਿਬਾਨੀ ਬਾਣੀ ਵਿੱਚ ਸਾਡੇ ਮਨੁੱਖਾ ਜੀਵਨ ਦੇ ਮਨੋਰਥ ਬਾਰੇ ਬਹੁਤ ਸਾਰੇ ਪਾਵਨ ਬਚਨਾਂ ਵਿੱਚ ਸਾਨੂੰ ਬਾਰ-ਬਾਰ ਉਪਦੇਸ਼ ਬਖਸ਼ਿਸ਼ ਕਰਕੇ ਦ੍ਰਿੜ ਕਰਾਇਆ ਕਿ ਤੁਸੀਂ ਆਏ ਕੀ ਕਰਨ ਹੋ, ਤੁਹਾਨੂੰ ਸਿਰਜਿਆ ਕਿਉਂ ਨਿਰੰਕਾਰ ਨੇ, ਭੇਜਿਆ ਕਿਉਂ ਜਗਤ। ਪੰਕਤੀਆਂ ਆਪਾਂ ਸਾਰਿਆਂ ਨੂੰ ਯਾਦ ਹੈ, ਆਪਾਂ ਬਹੁਤ ਵਾਰੀ ਪੜ੍ਹਦੇ ਵੀ ਹਾਂ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਗਰਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਮਾਲਕ ਨੂੰ ਵਿਸਾਰ ਕੇ ਆਪਾਂ ਹੋਰ ਜੋ ਕੁਛ ਮਰਜ਼ੀ ਕਰਦੇ ਰਹੀਏ, ਚਾਹੇ ਉਹ ਧਰਮ ਦੇ ਖੇਤਰ ਵਿੱਚ ਸਾਨੂੰ ਧਰਮ ਦਾ ਕਰਮ ਧਰਮ ਹੀ ਦਿਖੇ। ਬਹੁਤ ਸਾਰੇ ਕੰਮ ਆਪਾਂ ਐਸੇ ਵੀ ਕਰਦੇ ਹਾਂ, ਸੰਸਾਰ ਕਰਦਾ ਹੈ, ਜਿਵੇਂ ਤੀਰਥਾਂ ਦੇ ਇਸ਼ਨਾਨ, व्रत नेम संयम यात्रावां बहुत कुछ, ਜਿਹਦੇ ਨਾਲ ਮਨ ਆਪਣੇ ਆਪ ਨੂੰ ਜੀਵ ਝੂਠਾ ਦਿਲਾਸਾ ਦੇ ਲੈਂਦਾ ਕਿ ਮੈਂ ਤਾਂ ਧਰਮ ਕਰਮ ਦੇ ਕੰਮ ਵੀ ਕਰ ਰਿਹਾ, ਮੈਂ ਕੇਵਲ ਸੰਸਾਰੀ ਕਾਰ ਵਿਹਾਰ ਨਹੀਂ ਕਰ ਰਿਹਾ। ਉਸ ਸਾਹਿਬਾਂ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕਰਕੇ ਸਮਝਾਇਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਪਰਮੇਸ਼ਰ ਦੀ ਬੰਦਗੀ ਤੋਂ ਸਿਮਰਨ ਤੋਂ ਇਲਾਵਾ ਉਹਨੂੰ ਵਿਸਾਰ ਕੇ, ਚਾਹੇ ਉਹ ਦੇਖਣ ਨੂੰ ਧਰਮ ਕਰਮ ਦੇ ਕੰਮ ਹੀ ਲੱਗਦੇ ਹੁਣ, ਕਹਿੰਦੇ ਕਿਸੇ ਕੰਮ ਨਹੀਂ ਆਉਣੇ ਤੇਰੇ, ਹਰ ਬਿਨ ਅਵਰ ਕਿਰਿਆ ਬਿਰਥੇ। ਹਰੀ ਨੂੰ ਜਪਣ ਤੋਂ ਬਿਨਾਂ ਕਹਿੰਦੇ ਬਾਕੀ ਜਿੰਨੇ ਵੀ ਕਰਮ ਕਾਂਡ ਕਿਰਿਆਵਾਂ ਕਰਦਾ ਹੈ ਉਹ ਵੇਸਟ ਹੈ, ਟਾਈਮ એનર્ਜੀ ਦੀ ਵੇਸਟੇਜ ਹੈ ਖਾਲੀ। ਸੋ ਧਰਤੀ ਤੇ ਆਉਣ ਦਾ, ਮਨੁੱਖਾ ਦੇਹੀ ਵਿੱਚ ਆਉਣ ਦਾ ਮੁੱਖ ਜੋ ਸਾਡਾ ਪਰਪਸ ਮਨੋਰਥ ਹੈ ਉਹ ਹੈ ਕਿ ਉਸ ਮਾਲਕ ਤੋਂ ਵਿਛੜੇ ਹਾਂ ਤੇ ਉਹਨੂੰ ਮਿਲਣਾ ਹੈ। ਤੇ ਉਹਨੂੰ ਮਿਲਣ ਲਈ
पूरे गुरु की लोड़ है, पूरे गुरु की बाह फड़े बिना, उहदे लड़ लगे बिना मिलिया भी नहीं जा सकता। ये बचन भी गुरु पातशाह ने बाणी विच बहुत वारी बख्शिश करके सानू दृढ़ कराया। ये वखरी गल है कि मेरे वर्गे समझते घट ने, कहण नूं दिखावा पहरावा सिखां वाला हुंदा है, आना जाना भी गुरु के अस्थानां ते हुंदा है, लेकिन भरोसे कई थां ते टिके हुंदे ने, किते बाबे ते, किते संत ते, किते महात्मा ते, किते होर थावां ते, बहुत थावां ते टिके हुंदे ने। सो साहिबां ने बाणी विच सानू एक तां साडे इत्थे मनुखा देह च आउण दे मनोरथ बारे बहुत सारे बचनां समझाया, लेकिन जदों कोई जीव जिस थां ते जिस काम लई भेजिया गया होवे मां प्यो वल्लों, वो काम वल्लों अवेसला हो जाए, लापरवाह हो जाए, ਤਾਂ ਫਿਰ ਉਹਨੂੰ ਯਾਦ ਕਰਾਉਣਾ ਪੈਂਦਾ ਹੈ। ਅਸੀਂ ਅਕਸਰ ਘਰਾਂ 'ਚ ਦੇਖਦੇ ਹਾਂ ਨਾ, ਬੱਚਿਆਂ ਨੂੰ ਆਪਾਂ ਇੰਨੀ ਮਿਹਨਤ ਮੁਸ਼ੱਕਤ ਕਰਕੇ, ਹਾਲੇ ਛੋਟਾ ਜਿਹਾ ਹੁੰਦਾ 3-4 ਸਾਲ ਦਾ, ਉਹਦੇ ਸਕੂਲਾਂ ਦੀ ਚਿੰਤਾ ਪਈ ਹੁੰਦੀ, ਐਡਮਿਸ਼ਨ ਦੀ ਕਿੱਥੇ ਕਰਾਉਣੀ ਹੈ, ਸਿਫਾਰਿਸ਼ਾਂ ਲੱਭਦੇ ਆ, ਕੋਈ ਜਾਣ ਪਛਾਣ ਲੱਭਦੇ ਆ, ਡੋਨੇਸ਼ਨਾਂ ਦਾ ਪ੍ਰਬੰਧ ਹੁੰਦਾ ਹੈ। ਫਿਰ ਉਹਨਾਂ ਦੇ ਲਈ ਜਿਹੜੇ ਸਾਧਨ ਨੇ ਉਸ ਵਿਦਿਆ ਨੂੰ ਗ੍ਰਹਿਣ ਕਰਨ ਦੇ, ਉਹ ਵੀ ਸੌਖੇ ਨਹੀਂ ਹੈ। ਕਿਤਾਬਾਂ, ਕਾਪੀਆਂ, ਯੂਨੀਫਾਰਮ, ਆਉਣ ਜਾਣ ਦੇ ਕਨਵੀਨਸ, ਬਹੁਤ ਕੁਛ ਹੈ। ਸੋ ਜਦੋਂ ਇੰਨੀ ਮਿਹਨਤ ਮੁਸ਼ੱਕਤ ਨਾਲ ਮਾਪੇ, ਪਰਪਸ ਇਹ ਹੈ, ਮਨੋਰਥ ਹੈ ਕਿ ਮੇਰਾ ਬੱਚਾ ਲਿਟਰੇਟ ਹੋ ਜਾਵੇ, ਗਿਆਨਵਾਨ ਹੋ ਜਾਵੇ, ਸੂਝਵਾਨ ਹੋ ਜਾਵੇ, ਪੜ੍ਹਿਆਂ ਲਿਖਿਆਂ ਵਿੱਚ ਗਿਣਿਆ ਜਾਵੇ, ਤੇ ਅੱਗੇ ਆਪਣੇ ਜੀਵਨ ਵਿੱਚ ਆਪਣੇ ਪੈਰਾਂ ਤੇ ਉਸ ਪੜ੍ਹਾਈ ਦੇ, ਆਪਣੇ ਉਸ ਜੋ ਵੀ ਹੁਨਰ ਪ੍ਰਾਪਤ ਕਰਦਾ ਹੈ ਉਹਦੇ ਤੇ ਆਪਣਾ ਸੈਲਫ ਡਿਪੈਂਡੈਂਟ ਹੋ ਜਾਵੇ। ਹੁਣ ਜੇ ਬੱਚਾ ਜੋ ਸਕੂਲ ਜਾਂਦਾ ਹੈ ਚਲਾ ਗਿਆ, ਲੇਕਿਨ ਸਕੂਲ ਤੋਂ ਜਿਹੜਾ ਕੰਮ ਮਿਲਿਆ ਹੈ, ਜੋ ਲੈਕਚਰ ਟੀਚਰ ਨੇ ਸਬਕ ਦਿੱਤਾ ਹੈ, ਜੋ ਅਸਾਈਨਮੈਂਟਸ ਦਿੱਤੀਆਂ, ਉਹਦੇ ਪ੍ਰਤੀ ਸੁਚੇਤ ਨਾ ਹੋਵੇ, ਹੋਰ ਗੇਮਾਂ ਖੇਡ 'ਚ ਇੱਧਰ ਉੱਧਰ ਸਮਾਂ ਗੁਜ਼ਾਰਦਾ ਹੋਵੇ, ਤਾਂ ਮਾਪਿਆਂ ਨੂੰ ਕਹਿਣਾ ਪੈਂਦਾ ਕੰਮ ਕਰ ਲਿਆ, ਆਪਣਾ ਹੋਮਵਰਕ ਕਰ ਲਿਆ, ਸਕੂਲੋਂ ਕੀ ਕੰਮ ਮਿਲਿਆ ਸੀ, ਔਰ ਮਾਪਿਆਂ ਨੂੰ ਮੋਨੀਟਰ ਵੀ ਕਰਨਾ ਪੈਂਦਾ ਹੈ। ਔਰ ਬੱਚਿਆਂ ਨੂੰ ਉਸ ਸਮੇਂ ਉਹ ਵਿਦਿਆ ਗ੍ਰਹਿਣ ਕਰਨੀ ਕਿੰਨੀ ਇੰਪੋਰਟੈਂਟ ਹੈ, ਉਹਦਾ ਜ਼ਿੰਦਗੀ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਸਵੈਮਾਨ ਵਾਲੀ ਡਿਗਨੀਫਾਈਡ ਲਾਈਫ ਜੀਣ ਲਈ, ਉਸ ਵਿਦਿਆ ਨੂੰ ਗ੍ਰਹਿਣ ਕਰਨ ਦਾ ਕਿੰਨਾ ਮਹੱਤਵ ਹੈ, ਉਸ ਸਮੇਂ ਇਸ ਗੱਲ ਦੀ ਸੋਝੀ ਔਰ ਅਹਿਸਾਸ ਨਹੀਂ ਹੁੰਦਾ। ਇਸ ਲਈ ਮਾਂ ਪਿਓ ਨੂੰ ਬਾਰ-ਬਾਰ ਉਹਨਾਂ ਨੂੰ ਚੇਤਾਉਣਾ ਪੈਂਦਾ, ਪੜ੍ਹ ਲੈ, ਹੋਮਵਰਕ ਕਰ ਲੈ, ਆਹ ਕਰ ਲੈ, ਉਹ ਕਰ ਲੈ। ਸੋ ਲਗਭਗ ਇਹੋ ਜਿਹੇ ਹਾਲ ਸਾਡੇ ਜੀਵਾਂ ਦਾ ਧਰਮ ਦੇ ਖੇਤਰ ਵਿੱਚ ਵੀ ਹੈ। ਮਾਲਕ ਨੇ ਸਮਝਾ ਕੇ ਭੇਜਿਆ, ਲੇਕਿਨ ਅਸੀਂ ਹੋਰ ਰੰਗ ਤਮਾਸ਼ਿਆਂ ਵਿੱਚ, ਜਿਵੇਂ ਬੱਚਾ ਸਕੂਲ ਦੀਆਂ ਬਾਕੀ ਐਕਟੀਵਿਟੀਜ਼ ਦੇ ਵਿੱਚ ਪੜ੍ਹਾਈ ਤੋਂ ਬਿਸਾਈਡਸ ਛੱਡ ਕੇ ਹੋਰਾਂ ਵਿੱਚ ਤਾਂ ਬਹੁਤ ਵੱਧ ਚੜ੍ਹ ਕੇ ਹਿੱਸਾ ਲਵੇ ਤੇ ਪੜ੍ਹਾਈ ਵੱਲ ਧਿਆਨ ਨਾ ਦੇਵੇ, ਤੇ ਫਿਰ ਮਾਪਿਆਂ ਨੂੰ ਸਮਝਾਉਣਾ ਪੈਂਦਾ ਵੀ ਇਹ ਠੀਕ ਹੈ, ਆ ਵੀ ਗੇਮਸ ਵੀ ਠੀਕ ਹੈ, ਉਹ ਵੀ ਠੀਕ ਹੈ, ਲੇਕਿਨ ਤੇਰੇ ਸਬਜੈਕਟਸ ਦੇ ਵਿੱਚ ਵੀ ਤੇਰੇ ਮਾਰਕਸ, ਤੇਰੇ ਟੈਸਟ ਵਿੱਚ ਚੰਗੇ ਆਉਣੇ ਚਾਹੀਦੇ ਨੇ। ਸੋ ਗੁਰੂ ਪਿਤਾ ਵੀ ਜਿਹੜੇ ਸਾਡੇ ਲਈ ਮਾਂ ਵੀ ਨੇ, ਪਿਤਾ ਵੀ ਨੇ, ਦਾਦਾ ਦਾਦੀ ਵੀ ਨੇ, ਮਿੱਤਰ ਵੀ ਨੇ, ਸਾਡੇ ਰਾਖੇ ਵੀ ਨੇ, ਐਸਕੋਰਟ ਨੇ। ਗੁਰੂ ਪਾਤਸ਼ਾਹ ਨੇ ਸਾਰੇ ਬਚਨ ਬਖਸ਼ਿਸ਼ ਕੀਤੇ ਨੇ ਬਾਣੀ ਵਿੱਚ। ਰੋਜ਼ ਤਾਂ ਆਪਾਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਇਹ ਬਚਨ ਵੀ ਹੈ। ਸੋ ਲਗਭਗ ਜਿਹੜਾ ਆਪਾਂ ਦੁਨਿਆਵੀ ਸੰਬੰਧ ਦੇਖਦੇ ਹਾਂ, ਜਿਹਦੇ ਬਿਨਾਂ ਲੱਗਦਾ ਸਾਨੂੰ ਵੀ ਜੀਵਨ ਗੁਜ਼ਰ ਬਸਰ ਨਹੀਂ ਹੋ ਸਕਦਾ, ਉਹ ਸਾਰੇ ਸੰਬੰਧ ਹੈਗੇ ਨੇ। ਔਰ ਸਭ ਤੋਂ ਜਿਹੜਾ ਉੱਤਮ ਔਰ ਸਭ ਤੋਂ ਇੰਪੋਰਟੈਂਟ ਸੰਬੰਧ ਜਿਹੜਾ ਪਤੀ ਪਤਨੀ ਦਾ। ਸੋ ਸਾਹਿਬਾਂ ਨੇ ਜੀਵ ਰੂਪੀ ਇਸਤਰੀ ਦੇ ਵਿੱਚ ਪਤੀ ਪਰਮੇਸ਼ਰ ਨਾਲ ਸਾਡਾ ਸੰਬੰਧ ਚਿਤਰਿਤ ਕੀਤਾ ਹੈ। ਬਾਣੀ 'ਚ ਬਹੁਤ ਸਾਰੇ ਐਸੇ ਬਚਨ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ। ਸੋ ਕਿਉਂਕਿ ਮਨ ਜਨਮ ਲੈਣ ਤੋਂ ਬਾਅਦ, ਜਿਵੇਂ ਸਾਹਿਬਾਂ ਨੇ ਆਨੰਦ ਸਾਹਿਬ 'ਚ ਸਾਨੂੰ ਸਮਝਾਇਆ, ਤੀਜੇ ਜਾਮ ਵਿੱਚ ਬਾਬੇ ਨਾਨਕ ਨੇ, ਵੀ ਮਾਤਾ ਦੇ ਗਰਭ ਦੇ ਵਿੱਚ ਤਾਂ ਜੁੜਿਆ ਹੋਇਆ ਸੀ ਉਹਦੀ ਬੰਦਗੀ ਨਾਲ, ਤੇ ਉਹਦੇ ਸਦਕਾ ਉਹਦੀ ਰੱਖਿਆ ਹੋ ਰਹੀ ਸੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ। ਲੇਕਿਨ ਜਨਮ ਲੈਂਦਿਆਂ ਹੀ ਉਹ ਮਾਇਆ ਨੇ ਪ੍ਰਭਾਵ ਪਾਇਆ, ਉਹ ਜਿਹੜੀ ਲਿਵ ਜੁੜੀ ਹੋਈ ਸੀ, ਸੰਬੰਧ ਬਣਿਆ ਹੋਇਆ ਸੀ, ਕਮਿਊਨੀਕੇਸ਼ਨ ਚੱਲ ਰਹੀ ਸੀ, ਉਹ ਟੁੱਟ ਗਈ। ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸੋ ਮਾਇਆ ਦਾ ਭਾਵ ਵੀਰ ਜੀ ਨੇ ਲਾਸਟ ਲੈਕਚਰ ਵਿੱਚ ਸਮਝਾਇਆ ਸੀ ਆਪਾਂ ਨੂੰ, ਕੱਚੇ ਧਨ ਔਰ ਸੱਚੇ ਧਨ ਦੇ ਬਾਰੇ।
ਸਾਨੂੰ ਸਪਸ਼ਟਤਾ ਹੋ ਗਈ ਹੋਣੀ ਹੈ। ਸੋ ਮਾਇਆ ਦਾ ਭਾਵ ਹੈ, ਸਾਹਿਬਾਂ ਨੇ ਬਾਣੀ ਵਿੱਚ ਬਹੁਤ ਪਿਆਰਾ ਬਚਨ ਬਖਸ਼ਿਸ਼ ਕੀਤਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਉਸ ਮਾਲਕ ਨੂੰ ਛੱਡ ਕੇ, ਚਾਹੇ ਧਨ ਨਾਲ ਹੋਵੇ, ਚਾਹੇ ਰੁਤਬਿਆਂ ਨਾਲ ਹੋਵੇ, ਚਾਹੇ ਪਰਿਵਾਰ ਨਾਲ ਹੋਵੇ, ਚਾਹੇ ਸੰਪਦਾ ਨਾਲ ਹੋਵੇ, ਕਿਸੇ ਚੀਜ਼ ਨਾਲ ਵੀ ਅਟੈਚਮੈਂਟ ਹੋ ਜਾਣੀ ਜਿਹਦੇ ਸਦਕਾ ਉਸ ਮਾਲਕ ਨਾਲੋਂ ਸੰਬੰਧ ਟੁੱਟ ਜਾਣਾ, ਵਿਸਰ ਜਾਣਾ, ਉਹ ਮਾਇਆ। ਸੋ ਸਾਹਿਬਾਂ ਨੇ ਇੱਥੇ ਸਮਝਾਇਆ, ਇਸ ਕਰਕੇ ਭਾਈ ਜੇ ਉਹਦੇ ਨਾਲ ਸੰਬੰਧ ਜੋੜਨਾ ਹੈ ਤਾਂ ਫਿਰ ਮਾਇਆ ਨਾਲੋਂ ਤੋੜਨਾ ਪੈਣਾ, ਦੋਨੋਂ ਪਾਸੇ ਨਹੀਂ ਚੱਲ ਸਕਦਾ। ਤੋੜਨ ਦਾ ਭਾਵ ਹੈ ਕਿ ਉਦੋਂ ਕਸ਼ਿਸ਼, ਆਕਰਸ਼ਣ, ਅਟੈਚਮੈਂਟ ਘੱਟ ਰੱਖਣੀ ਪੈਣੀ ਹੈ। ਪ੍ਰਾਇਰਟੀ ਜਿਹੜੀ ਹੈ ਉਸ ਮਾਲਕ ਨਾਲ, ਬਾਪੂ ਨਾਲ, ਮਾਂ ਨਾਲ, ਪਿਤਾ ਨਾਲ ਜਿਹੜੇ ਸੰਬੰਧ ਗੁਰੂ ਪਾਤਸ਼ਾਹ ਨੇ ਬਾਣੀ ਚਿਤਰਿਤ ਕੀਤੇ ਨੇ, ਕਿਸੇ ਰੂਪ 'ਚ ਯਾਦ ਕਰ ਲਓ। ਉਹ ਸੰਬੰਧ ਗੂੜਾ ਔਰ ਪੱਕਾ ਹੋਣਾ ਚਾਹੀਦਾ ਹੈ, ਔਰ ਉਹ ਨਿਸਵਾਰਥ ਹੋਣਾ ਚਾਹੀਦਾ ਹੈ। ਰਿਸ਼ਤੇ ਸੰਬੰਧ ਉਹੀ ਨਿਭਦੇ ਨੇ ਜਿੱਥੇ ਵਿੱਚ ਸਵਾਰਥਾਂ ਦੀ ਔਕੜ ਨਹੀਂ ਆਉਂਦੀ, ਆਬਸਟੇਕਲ ਨਹੀਂ ਆਉਂਦੇ, ਨਹੀਂ ਤਾਂ ਬਹੁਤ ਛੇਤੀ ਟੁੱਟ ਜਾਂਦੇ ਨੇ, ਬਣਦੇ ਨੇ, ਟੁੱਟਦੇ ਨੇ, ਟੁੱਟਦੇ ਨੇ, ਬਣਦੇ ਨੇ, ਇਸ ਤਰ੍ਹਾਂ ਹੀ ਹੁੰਦਾ। ਸੋ ਸਾਹਿਬ ਸਮਝਾ ਰਹੇ ਨੇ, ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਤੇਰੇ ਇੱਥੇ ਆਉਣ ਦਾ ਭਾਈ ਕਾਰਜ, ਮਨੋਰਥ, ਪਰਪਸ ਇਹੀ ਹੈ ਕਿ ਉਸ ਮਾਲਕ ਨੂੰ ਜਪ ਕੇ, ਉਹਦਾ ਰੂਪ ਹੋ ਕੇ ਆਪਣੀ ਇਸ ਯਾਤਰਾ ਨੂੰ ਸਦਾ ਲਈ ਸੰਪੂਰਨ ਕਰ ਲੈਣਾ। ਔਰ ਇਹ ਹੋਣਾ, ਉਸ ਤੋਂ ਬਿਨਾਂ ਹੋਣਾ ਨਹੀਂ। ਸਾਹਿਬਾਂ ਨੇ ਬਾਣੀ 'ਚ ਬਹੁਤ ਵਾਰੀ ਬਹੁਤ ਖੂਬਸੂਰਤ ਢੰਗ ਨਾਲ ਸਮਝਾਇਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਨੀ। ਉਹਨੂੰ ਜਪਣ ਤੋਂ ਇਲਾਵਾ ਹੋਰ ਕੋਈ ਸੈਕੰਡ ਆਲਟਰਨੇਟਿਵ ਨਹੀਂ ਹੈਗਾ, ਆਪਸ਼ਨ ਨਹੀਂ ਹੈਗੀ ਤੁਹਾਡੇ ਕੋਲ। ਚਾਹੇ ਉਹ ਜਪ ਹੈ, ਤਪ ਹੈ, ਆਪਾਂ ਰੋਜ਼ ਪੜ੍ਹਦੇ ਹਾਂ, ਜਾਪ ਤਾਪ ਨੇਮ ਸੁਚ ਸੰਯਮ ਨਾਹੀ, ਇਨ ਵਿਦੇ ਛੁਟਕਾਰ। ਮਾਇਆ ਪ੍ਰਬਲ ਹੈ, ਤਾਕਤਵਰ ਹੈ। ਜਨਮ ਲੈਣ ਸਮੇਂ ਤਾਂ ਬੱਚੇ ਨੂੰ ਹਲੇ ਗਿਆਨ ਹੁੰਦਾ ਹੀ ਨਹੀਂ ਕੁਛ ਵੀ। ਜਿਹੜੇ ਗਿਆਨਵਾਨ ਨੇ, ਜਿਨ੍ਹਾਂ ਨੇ ਉਮਰਾਂ ਗਾਲਤੀਆਂ ਜਪ ਤਪ ਸੰਜਮ ਕਰਦੇ ਆ, ਗੁਫਾਵਾਂ ਵਿੱਚ, ਪਰਬਤਾਂ ਤੇ, ਜੰਗਲਾਂ, ਬੇਲਿਆਂ ਵਿੱਚ, ਘਰ ਕਾੜ ਸਭ ਛੱਡ ਕੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਨਹੀਂ ਛੱਡਦੀ। ਇੰਨੀ ਤਾਕਤਵਰ ਔਰ ਇੰਨੀ ਤੁਸੀਂ ਕਹਿ ਸਕਦੇ ਹੋ ਉਹ ਬਲਸ਼ਲ ਵਾਲੀ ਹੈ। ਸਾਹਿਬਾਂ ਦੇ ਬਚਨ ਹੈ ਨਾ, ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ। ਕਿਹੜੇ ਉਹਦਾ ਗ੍ਰਾਸ ਕਿਹੜੇ ਬਣਨਗੇ, ਉਹਦਾ ਟ੍ਰੈਪ 'ਚ ਕਿਹੜੇ ਆਉਣਗੇ? ਮਨਮੁਖ ਖਾਦੇ ਗੁਰਮੁਖ ਉਬਰੇ, ਜਿਹਨੇ ਸੱਚ ਨਾਮ ਚਿਤ ਲਾਇਆ। ਇਸ ਲਈ ਪਰਮੇਸ਼ਰ ਦੇ ਨਾਮ ਦੀ ਲੋੜ ਹੈ। ਪਰਮੇਸ਼ਰ ਦਾ ਨਾਮ ਸਾਡਾ ਰੱਖਿਆ ਕਵਚ ਹੈ ਮਾਇਆ ਤੋਂ। ਸਾਹਿਬਾਂ ਨੇ ਆਪਾਂ ਬਚਨ ਵੀ ਬੜੀ ਵਾਰ ਸਾਂਝੇ ਕੀਤੇ ਨੇ। ਪਾਰ ਬ੍ਰਹਮ, ਹੁਣ ਇੱਕ ਗੱਲ ਕਲੀਅਰ ਹੋ ਗਈ ਕਿ ਮਾਇਆ ਬਹੁਤ ਬਲਸ਼ਾਲੀ ਹੈ, ਜਿਹਨੇ ਬ੍ਰਹਮਾ ਵਿਸ਼ਨੂੰ ਔਰ ਮਹਾਦੇਵ ਵਰਗੇ ਦੇਵੀ ਦੇਵਤਿਆਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ, ਆਪਣੀ ਪਕੜ ਵਿੱਚ ਲੈ ਲਿਆ। ਤਾਂ ਆਮ ਜਿਹੜਾ ਬੱਚਾ ਜਿਹਦਾ ਹਲੇ ਜਨਮ ਹੀ ਹੋਇਆ, ਉਹਦੀ ਕੀ ਵਿਸਾਤ ਹੈ? ਔਰ ਜਿਹੜਾ ਕਦੇ ਪਰਮੇਸ਼ਰ ਦੇ ਨਾਮ ਨਾਲ, ਸੰਗਤ ਨਾਲ ਜੁੜਿਆ ਹੀ ਨਹੀਂ, ਜਿਹਦੇ ਪੱਲੇ ਉਸ ਤੋਂ ਬਚਣ ਲਈ ਨਾ ਜੁਗਤ ਹੈ ਤੇ ਨਾ ਬਲ ਹੈ, ਉਹ ਕਿਵੇਂ ਬਚ ਸਕਦਾ ਹੈ? ਸਾਹਿਬਾਂ ਨੇ ਜੁਗਤ ਬਖਸ਼ਿਸ਼ ਕੀਤੀ ਔਰ ਸਾਧਨ ਵੀ ਦੱਸਿਆ। ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਬੇਦਤ ਨਾ। ਕਹਿੰਦੇ ਪਰਮੇਸ਼ਰ ਨੂੰ ਜਪਣਾ ਮਾਨੋ ਜਿਵੇਂ ਆਪਾਂ ਕਹਿੰਦੇ ਨਾ ਬੁਲੇਟ ਪ੍ਰੂਫ ਵੈਸਟ ਨੂੰ ਧਾਰਨ ਕਰਨਾ, ਜਿਹਦੇ ਤੇ ਉਹਦੇ ਕਿਸੇ ਅਸਤਰ ਸ਼ਸਤਰ ਦਾ ਅਸਰ ਨਹੀਂ ਹੁੰਦਾ। ਸਨਾਹ ਦਾ ਭਾਵ ਹੈ ਜ਼ਰਾ ਬਖਤਰ, ਕਵਚ। ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਬੇਦਤ ਨਾ। ਕਹਿੰਦੇ ਕਰੋੜਾਂ ਮਾਇਆ ਦੇ ਵਾਰ ਉਹਨੂੰ ਭੇਦ ਨਹੀਂ ਸਕਣਗੇ। ਪਰਮੇਸ਼ਰ ਦਾ ਨਾਮ ਐਸਾ ਕਵਚ ਹੈ। ਸੋ ਜੇ ਉਹਦੇ ਕੋਲੋਂ ਬਚਣਾ ਹੈ ਤਾਂ ਇਹ ਕਵਚ ਧਾਰਨ ਕਰਨਾ ਪੈਣਾ। ਇਸ ਲਈ ਕਹਿ ਰਹੇ ਗੁਰੂ ਪਾਤਸ਼ਾਹ, ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ। ਔਰ ਬੇਅੰਤ ਬਰਕਤਾਂ ਨੇ ਪਰਮੇਸ਼ਰ ਦੇ ਨਾਮ ਸਿਮਰਨ ਦੀਆਂ। ਆਪਾਂ ਸੁਖਮਨੀ ਸਾਹਿਬ ਦੀ ਅਸ਼ਟਪਦੀ 'ਚ ਪੜ੍ਹਦੇ ਹਾਂ, ਸਾਹਿਬਾਂ ਨੇ ਵਿਸਤਾਰ ਵਿੱਚ ਉਹਦਾ ਜ਼ਿਕਰ ਕੀਤਾ ਸਾਰਿਆਂ ਦਾ। ਇੱਕ ਸਾਹਿਬ ਹੋਰ ਬਖਸ਼ਿਸ਼ ਕਰਦੇ ਨੇ ਬਚਨ, ਜਿਸ ਨੂੰ ਆਵੇਂ ਚਿੱਤ, ਸੰਸਾਰ ਵਿੱਚ ਮਨੁੱਖ ਹਮੇਸ਼ਾ ਸੁਖੀ ਹੋਣਾ ਲੋਚਦਾ, ਕੋਈ ਨਹੀਂ ਚਾਹੁੰਦਾ ਕਿ ਮੈਂ ਦੁਖੀ ਹੋਵਾਂ। ਜਿਸ ਨੂੰ ਆਵੇਂ ਚਿੱਤ, ਤਿਸ ਨੂੰ ਸਦਾ ਸੁਖ। ਏਡੀ ਵੱਡੀ ਬਖਸ਼ਿਸ਼ ਹੈ ਕਿ ਜਿਹਨੂੰ ਉਹ ਚੇਤੇ ਰਹਿੰਦਾ ਹੈ ਉਹਨੂੰ ਹਮੇਸ਼ਾ ਹੀ ਸੁੱਖ ਹੈ, ਦੁੱਖ ਨੇੜੇ ਹੀ ਨਹੀਂ। ਦੁੱਖ ਤਦੇ ਜਾਂ ਵਿਸਰ ਜਾਏ, ਭੁੱਖ ਵਿਆਪੈ ਬਹੁ ਵਿਤਾਏ। ਜਿਸ ਨੂੰ ਆਵੇਂ ਚਿੱਤ, ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇਂ ਚਿੱਤ, ਤਿਸ ਜਮ ਨਾਹੇ ਦੁੱਖ।
जिस तू आवे चित तिसके काड़िया, जिसदा करता मित्र सब काज सवारिया। दुनिया विच जिथे जय मात पिता सुत मीत ना भाई, मन ऊहा नाम तेरे संग सहाय। सभे थोक प्राप्ति जे आवे एक हथ। ਜਿਹੜਾ ਸਰਬ ਕਲਾ ਸਮਰੱਥ ਹੈ, ਸਾਰੀਆਂ ਦਾਤਾਂ ਦੇਣ ਵਾਲਾ ਹੈ ਜੀ, ਉਹਦੇ ਨਾਲ ਇੰਟੀਮੇਟ ਰਿਲੇਸ਼ਨ, ਗੂੜੀ ਸਾਂਝ, ਜਿਹਨੂੰ ਕਹਿੰਦੇ ਆ ਵੀ ਮੇਰਾ ਲੰਗੋਟੀਆ ਯਾਰ, ਆਪਾਂ ਕਹਿ ਦਿੰਦੇ ਨਾ, ਆਪਾਂ ਹੁਣੇ ਬਚਨ ਪੜਿਆ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਜਿਹੜਾ ਉਹਦੇ ਨਾਲ ਇਹੋ ਜਿਹੀ ਗੂੜੀ ਮਿੱਤਰਤਾ ਬਣਾ ਲੇਗਾ, ਉਹਨੂੰ ਫਿਰ ਕੋਈ ਚਿੰਤਾ ਫਿਕਰ ਕਲ ਕਲੇਸ਼ ਤਾਪ ਪਾਪ ਸੰਤਾਪ ਝੋਰੇ ਪਰੇਸ਼ਾਨ ਨਹੀਂ ਕਰਨਗੇ। ਇਸ ਲਈ ਸਿਮਰਨਾ ਹੈ, ਸਾਡਾ ਆਪਣਾ ਫਾਇਦਾ ਹੈ। ਉਸ ਮਾਲਕ ਨੂੰ ਕੋਈ ਲੋੜ ਨਹੀਂ ਕਿ ਅਸੀਂ ਸਿਮਰੀਏ ਨਾ ਸਿਮਰੀਏ, ਉਹਨੂੰ ਫਰਕ ਨਹੀਂ ਪੈਂਦਾ, ਉਹਦੇ ਸਟੇਟਸ ਨੂੰ ਉਹਦੀ ਹਸਤੀ ਨੂੰ ਫਰਕ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੇ ਉਹਨੂੰ ਯਾਦ ਕਰਨ ਜਾਂ ਨਾ ਕਰਨ, ਉਹਦਾ ਰੁਤਬਾ ਸਭ ਤੋਂ ਵੱਡਾ ਹੈ, ਵੱਡਾ ਸੀ ਵੱਡਾ ਰਹਿਣਾ। ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਸਾਡੇ ਜਿਹੜੇ ਅੰਦਰ ਨਿਤਾ ਪ੍ਰਤੀ ਮੈਲ ਆਉਂਦੀ ਹੈ, ਆਪਾਂ ਬੜੀ ਵਾਰ ਸਾਂਝਾ ਕੀਤਾ, ਜਿਵੇਂ ਆਪਾਂ ਫਿਜ਼ੀਕਲੀ ਵੀ ਮੂਵ ਕਰਦੇ ਹਾਂ, ਬੇਸ਼ੱਕ ਆਪਾਂ ਏਅਰ ਕੰਡੀਸ਼ਨ ਐਟਮੋਸਫੀਅਰ ਵਿੱਚ ਘਰ ਤੋਂ ਨਿਕਲਣ ਤੋਂ ਲੈ ਕੇ ਵਾਪਸੀ ਆਉਣ ਤੱਕ ਮੂਵ ਕਰੀਏ। ਘਰੋਂ ਨਿਕਲੇ ਗੱਡੀ 'ਚ ਬਹਿ ਗਏ, ਗੱਡੀ 'ਚ ਉਤਰੇ ਆਫਿਸ 'ਚ ਚਲੇ ਗਏ, ਆਫਿਸ ਏਅਰ ਕੰਡੀਸ਼ਨ ਹੈ, ਬਾਹਰੋਂ ਡਸਟ ਆਉਣੀ ਨਹੀਂ, ਬਿਲਕੁਲ ਬੰਦ ਨੇ ਵਿੰਡੋਜ਼। ਆਫਿਸ ਤੋਂ ਆਇਆ ਘਰ, ਫਿਰ ਏਅਰ ਕੰਡੀਸ਼ਨ ਹੈ। ਮੇਰਾ ਐਕਸਪੋਜ਼ਰ ਡਸਟ ਲਈ ਹੈ ਹੀ ਨਹੀਂ, ਬਿਲਕੁਲ ਡਸਟ ਦੇ ਸਾਹਮਣੇ। ਮੈਨੂੰ ਫਿਰ ਵੀ ਰੋਜ਼ ਕੱਪੜੇ ਬਦਲਣੇ ਪੈਂਦੇ ਆ, ਰੋਜ਼ ਇਸ਼ਨਾਨ ਕਰਨਾ ਪੈਂਦਾ। ਕੱਪੜੇ ਨਹੀਂ ਬਦਲਾਂਗੇ ਤਾਂ ਅਨਹਾਈਜੀਨਿਕ ਹੋਣ ਕਾਰਨ ਸਰੀਰ ਰੋਗੀ ਹੋ ਜਾਏਗਾ, ਤਨ ਰੋਗੀ ਹੋ ਜਾਏਗਾ। ਇਸੇ ਤਰ੍ਹਾਂ ਮਨ ਦੇ ਉੱਤੇ ਵੀ ਭਾਵੇਂ ਆਪਾਂ ਆਪਣੇ ਆਪ ਨੂੰ ਕਿੰਨਾ ਸੈਟੀਫਾਈ ਕਰੀ ਜਾਈਏ, ਕਰਦੇ ਨੇ ਮੇਰੇ ਵਰਗੇ, ਮੈਂ ਤਾਂ ਜੀ ਕਿਸੇ ਦਾ ਮਾੜਾ ਨਹੀਂ ਕਰਦਾ, ਮੈਨੂੰ ਕੀ ਲੋੜ ਹੈ ਪਾਠ ਕਰਨ ਦੀ, ਮੈਨੂੰ ਕੀ ਲੋੜ ਹੈ ਗੁਰਦੁਆਰੇ ਜਾਣ ਦੀ, ਮੈਨੂੰ ਕੀ ਲੋੜ ਹੈ ਸੰਗਤ ਕਰਨ ਦੀ, ਮੈਨੂੰ ਕੀ ਲੋੜ ਹੈ ਅੰਮ੍ਰਿਤਪਾਨ ਕਰਨ ਦੀ। ਬਹੁਤ ਸਾਰੇ ਸੈਲਫ ਸਰਟੀਫਿਕੇਸ਼ਨ ਕਰਦੇ ਨੇ। ਜਦੋਂ ਮਨ ਇਹੋ ਜਿਹੇ ਪਾਸੇ ਜਾ ਰਿਹਾ ਹੋਵੇ, ਗੁਰੂ ਪਾਤਸ਼ਾਹ ਦੇ ਬਚਨਾਂ ਰਾਹੀਂ ਇੱਕ ਵਾਰੀ ਸਮਝਾ ਲੈਣਾ, ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਕਬੀਰ ਸਭ ਤੇ ਹਮ ਬੁਰੇ। ਮਨ ਨੂੰ ਹਮੇਸ਼ਾ, ਹੁਣੇ ਰੇਣੂਕਾ ਦੀ ਰੇਣ ਦੀ ਗੱਲ ਹੋ ਰਹੀ ਸੀ, ਗੁਰੂ ਸਾਹਿਬ ਦੇ ਬਚਨ ਨੇ, ਹੋ ਸਭਨਾ ਕੀ ਰੇਣੂਕਾ ਤੋਂ ਆਓ ਹਮਾਰੇ ਪਾਸ। ਮਨ ਜਦੋਂ ਵੀ ਕਿਸੇ ਗੁਣ ਦੇ ਕਾਰਨ, ਜਿਹੜੇ ਬਖਸ਼ਿਸ਼ ਉਹਦੇ ਕੀਤੇ ਨੇ, ਹਉਮੈ ਵਿੱਚ ਇਨਫਲੇਟ ਹੋ ਰਿਹਾ ਹੋਵੇ, ਫੁੱਲ ਰਿਹਾ ਹੋਵੇ ਹਾਥੀ ਵਾਂਗ, ਗੁਬਾਰੇ ਵਾਂਗ, ਤਾਂ ਉਹਨੂੰ ਗੁਰੂ ਦੇ ਸ਼ਬਦ ਨਾਲ ਟਿਕਾਣੇ ਲਿਆਉਣਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰੋ ਸੋਏ। ਔਗਣ ਹਮੇਸ਼ਾ ਆਪਣੇ ਦੇਖਣੇ, ਗੁਣ ਦੁਸ਼ਮਣ ਵਿੱਚ ਵੀ ਦੇਖਣੇ ਨੇ। ਇਸ ਤਰ੍ਹਾਂ ਦੀ ਬਿਰਤੀ ਜਦੋਂ ਪਰਮੇਸ਼ਵਰ ਦੇ ਨਾਮ ਨਾਲ ਜੁੜਾਂਗੇ, ਬਦਲ ਜਾਂਦੀ ਹੈ। ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾ। ਹੁਣ ਇੱਥੋਂ ਕਨਫਿਊਜ਼ਨ ਵਿੱਚ ਨਹੀਂ ਹੋਣਾ, ਭੁਲੇਖਾ ਨਹੀਂ ਖਾਣਾ ਵੀ ਆਪਾਂ ਪੈਸਾ ਨਹੀਂ ਚਾਹੀਦਾ, ਚੰਗੇ ਕੱਪੜੇ ਨਹੀਂ ਚਾਹੀਦੇ, ਚੰਗਾ ਘਰ ਨਹੀਂ ਚਾਹੀਦਾ, ਚੰਗੀ ਗੱਡੀ ਨਹੀਂ ਚਾਹੀਦੀ। ਕੋਈ ਫਰਕ ਨਹੀਂ ਪੈਂਦਾ ਜੇ ਹੋਵੇ ਜਾਂ ਨਾ ਹੋਵੇ। ਜੇ ਤੁਸੀਂ ਅਫੋਰਡ ਕਰ ਸਕਦੇ ਹੋ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ, ਲੇਕਿਨ ਸੰਜਮ ਵਿੱਚ। ਇਹ ਨਹੀਂ ਕਿ ਮੇਰਾ ਗੁਜ਼ਾਰਾ 2 ਗੱਡੀਆਂ ਨਾਲ ਜਾਂ 1 ਗੱਡੀ ਨਾਲ ਹੋ ਸਕਦਾ। ਵੱਡੀ ਫੈਮਿਲੀ ਹੈ ਤੇ ਜੁਆਇੰਟ ਫੈਮਿਲੀ ਵੀ 2 ਗੱਡੀਆਂ ਚਾਹੀਦੀਆਂ ਜੀ, ਕਦੇ ਕਿਸੇ ਨੇ ਲੈ ਕੇ ਜਾਣੀ। ਉੱਥੇ 4-4 ਰੱਖਣ ਦੀ ਲੋੜ ਨਹੀਂ। ਜੇ ਗੱਡੀ ਮਿਡ ਸੈਗਮੈਂਟ ਵਾਲੀ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ, ਉੱਥੇ ਦਿਖਾਵੇ ਲਈ ਖਾਲੀ ਮੀਆਂ ਬੀਵੀ ਮੈਂ ਦੇਖਿਆ ਐਸੇ। ਪਾਰਕਿੰਗ ਦੀ ਦਿੱਕਤ ਹੈ, ਪਾਰਕਿੰਗ ਪਿੱਛੇ ਲੜਾਈਆਂ ਝਗੜੇ ਨੇ ਰੋਜ਼। ਗੱਡੀ ਅੰਦਰ ਕਰਨ ਲਈ, ਪਾਰਕ ਕਰਨ ਲਈ ਅੱਧਾ ਘੰਟਾ ਮਿਹਨਤ ਮੁਸ਼ੱਕਤ ਕਰਨੀ ਪੈਂਦੀ, ਲੇਕਿਨ ਕਿਉਂਕਿ ਗੁਆਂਢੀ ਕੋਲ ਵੱਡੀ ਗੱਡੀ ਹੈ, ਮੈਂ ਲੈਣੀ ਵੱਡੀ ਗੱਡੀ ਹੈ। ਇਸ ਤੋਂ ਬਚਣਾ ਹੈ। ਮਾਇਆ ਕੋ ਸੰਗ ਤਿਆਗ ਦਾ ਮਤਲਬ ਹੈ ਜਿੰਨੀ ਤੁਹਾਨੂੰ ਲੋੜ ਹੈ ਮਿਹਨਤ ਮੁਸ਼ੱਕਤ ਨਾਲ ਕਮਾ ਸਕਦੇ ਹੋ, ਔਰ ਆਪਣੀਆਂ ਨੀਡਸ ਨੂੰ ਅਕੋਰਡਿੰਗਲੀ ਐਡਜਸਟ ਵੀ ਕਰਨਾ। ਇੱਕ ਬੜਾ ਪਿਆਰੀ ਕੋਟ ਮੈਂ ਕਿਤੇ ਬਹੁਤ ਟਾਈਮ ਪਹਿਲਾਂ ਪੜ੍ਹੀ ਸੀ, ਕਹਿੰਦਾ ਸੀਕ੍ਰੇਟ ਇਸ ਇਕਾਨਮੀ ਇਜ਼ ਟੂ ਲਿਵ ਐਜ਼ ਚੀਪਲੀ ਦ ਫਿਊ ਡੇਜ਼ ਆਫਟਰ ਦਾ ਪੇਡੇ ਐਜ਼ ਯੂ ਡਿਡ ਅ ਫਿਊ ਡੇਜ਼ ਬਿਫੋਰ ਦਾ ਪੇਡੇ। ਕਹਿੰਦੇ ਜਿਵੇਂ ਤਨਖਾਹ ਮਿਲਣ ਤੋਂ ਪਹਿਲਾਂ ਵੀ ਤਨਖਾਹ ਖਤਮ ਹੋ ਜਾਂਦੀ, ਉਸ ਤੋਂ ਹੱਥ ਖਿੱਚ ਕੇ ਗੁਜ਼ਾਰਾ ਕਰਦੇ। ਕਹਿੰਦੇ ਤਨਖਾਹ ਮਿਲਣ ਤੋਂ ਬਾਅਦ ਵੀ ਜੇ ਕੁਝ ਦਿਨ ਹੱਥ ਖਿੱਚ ਕੇ ਗੁਜ਼ਾਰਾ ਕਰੋ, ਸੰਜਮ ਵਿੱਚ ਵਰਤੋ, ਤੇ ਲੋਭ ਵਿੱਚ ਵੀ ਹੈ ਮੈਂ ਆਹ ਬ੍ਰਾਂਡ ਪਾਉਣਾ, ਇਸ ਤੋਂ ਥੱਲੇ ਦਾ ਕੱਪੜਾ ਨਹੀਂ ਪਾਉਣਾ, ਇਸ ਤੋਂ ਥੱਲੇ ਦਾ ਸ਼ੂ ਨਹੀਂ ਪਾਉਣਾ, ਇਸ ਤੋਂ ਥੱਲੇ ਦੀ ਆਹ ਚੀਜ਼ ਨਹੀਂ ਲੈਣੀ। ਜੇ ਇਸ ਆ ਪਦਾਰਥਵਾਦ ਦੇ ਜਕੜ ਪਕੜ ਦੇ ਟ੍ਰੈਪਸ ਚੋਂ ਨਿਕਲ ਕੇ ਸੰਤੋਖੀ ਸੁਭਾਅ ਨਾਲ ਸਾਧ ਮੁਰਾਦਾ ਜੀਵਨ ਜੀਓਗੇ ਤਾਂ ਬਹੁਤੀਆਂ ਮੁਸ਼ਕਲਾਂ ਆਪਣੇ ਆਪ ਹੱਲ ਹੋ ਜਾਂਦੀਆਂ ਨੇ। ਸੋ ਮਾਇਆ ਕੋ ਸੰਗ ਤਿਆਗ ਦਾ ਭਾਵ ਹੈ ਕਿ ਮਾਇਆ ਦੀ ਖਿੱਚ ਕਸ਼ਿਸ਼
कि वो माया इकट्ठी करन बारे ही सवेरे उठण तो लैके सौण तक फुरने उठते ने, ਉਹਦੇ विचार हुंदे ने, ਉਹਦੀਆਂ प्लैनस हुंदियां ने, तो मालिक कदे चेते ही नहीं आउंदा। वो गलत है। समझाया ना साहिबा ने, नानक बखाणे बेनती तुद बाज कूड़ो कूड़, तेरे तो बिना जिथे तू विसर जावें ते मैं ढेर माया के पदार्थां दे इकट्ठे करन लगा, वो कूड़ है, वो दुखी करेगा। विण तुद होर जे मंगना, सिर दुखा कै दुख देहो नाम संतोखिया, उतरे मन की भुख। संतोखी सुभाਅ नाल अपने ऑनेस्ट मीनस नाल अर्न करके अपनियां नीड्स ਨੂੰ ਵੀ ਉਹਦੇ ਅਕੋਰਡਿੰਗਲੀ ਆਪਾਂ ਜੇ ਐਡਜਸਟ ਕਰਾਂਗੇ ਤਾਂ ਔਖਾ ਨਹੀਂ ਹੋਏਗਾ। ਔਰ ਉਹਦੇ ਵਿੱਚੋਂ ਆ ਵੀ ਗੁਰੂ ਪਾਤਸ਼ਾਹ ਦੇ ਬਚਨ ਹਮੇਸ਼ਾ ਚੇਤੇ ਰੱਖਣੇ ਨੇ, ਚਾਹੇ ਉਹ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤਾ। ਚਾਹੇ ਮੈਂ 1 ਰੁਪਈਆ, ਚਾਹੇ 5 ਰੁਪਈਏ, ਚਾਹੇ 10 ਰੁਪਏ, ਜਿੰਨੇ ਮੈਂ ਅਫੋਰਡ ਕਰ ਸਕਦਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰਉਪਕਾਰ ਵੀ ਕਰਨਾ ਹੈ ਦੂਸਰਿਆਂ ਦੀ, ਜਿੱਥੋਂ ਤੱਕ ਮੇਰਾ ਕੋਈ ਵਾਪਸੀ ਰਿਟਰਨ ਦਾ ਬਿਲਕੁਲ ਕੋਈ ਸਵਾਰਥ ਨਹੀਂ ਹੈ, ਉੱਥੇ ਵੀ ਦੇਣਾ ਹੈ। ਲੋੜਵੰਦ ਲਈ ਕੱਪੜੇ ਲਈ ਦਿਓ, ਦਵਾਈਆਂ ਲਈ ਦਿਓ, ਕਿਸੇ ਦੀ ਐਜੂਕੇਸ਼ਨ ਲਈ ਦਿਓ, ਕਿਸੇ ਦੀ ਹੋਰ ਜ਼ਰੂਰਤ ਲਈ ਦਿਓ, ਉਹ ਵੀ ਦੇਣਾ ਹੈ। ਆ ਵੀ ਜ਼ਰੂਰੀ ਹੈ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਪਰਮੇਸ਼ਰ ਦੀ ਸ਼ਰਨ ਨਾਲ ਜੁੜਿਆ ਰਹੋ। ਔਰ ਪਰਮੇਸ਼ਰ ਦੀ ਸ਼ਰਨ ਕੀ ਹੈ? ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਸਤ ਸੰਗਤ ਹੀ ਉਹਦੀ ਸ਼ਰਨ ਹੈ। ਸੰਗਤ ਵਿੱਚ ਜਾ ਕੇ ਆਪਣੇ ਔਗਣਾਂ ਨੂੰ ਤਿਆਗ ਦੇਣਾ, ਔਰ ਗੁਣ ਉੱਥੋਂ ਗੁਰੂ ਪਾਤਸ਼ਾਹ ਦੇ ਬਚਨਾਂ ਚੋਂ, ਗੁਰੂ ਦੀ ਸਿੱਖਿਆ ਚੋਂ, ਚਾਹੇ ਪਾਠ ਦੇ ਰੂਪ 'ਚ ਹੋਵੇ, ਕੀਰਤਨ ਦੇ ਰੂਪ 'ਚ ਹੋਵੇ, ਕਥਾ ਦੇ ਰੂਪ 'ਚ ਹੋਵੇ, ਕਿਸੇ ਰੂਪ 'ਚ ਲੈਕਚਰ ਦੇ ਰੂਪ 'ਚ ਹੋਵੇ, ਉਹਨੂੰ ਇਕੱਠੇ ਕਰ ਲੈਣਾ। ਆਹ ਸਤ ਸੰਗਤ ਹੈ। ਪ੍ਰਭ ਜੂ ਕੀ ਸ਼ਰਨ ਲਾਗ, ਜੋ ਮਾਲਿਕ ਚਾਹੁੰਦਾ ਹੈ, ਜਿੱਦਾਂ ਦਾ ਮੇਰਾ ਕੰਡਕਟ ਉਹ ਐਕਸਪੈਕਟ ਕਰਦਾ ਹੈ ਮੇਰੇ ਕੋਲੋਂ, ਵੀ ਇਹ ਮੇਰੇ ਬੱਚਿਆਂ ਦਾ ਵਿਹਾਰ, ਬੋਲਣ, ਬਾਣੀ, ਪਹਿਰਾਵਾ ਇੱਦਾਂ ਦਾ ਹੋਣਾ ਚਾਹੀਦਾ ਹੈ, ਉਸ ਤਰ੍ਹਾਂ ਦਾ ਆਪਣੇ ਆਪ ਨੂੰ ਢਾਲਣ ਦਾ ਯਤਨ ਕਰਨਾ ਹਮੇਸ਼ਾ। ਜਗਤ ਸੁਖ ਮਾਨ ਮਿਥਿਆ, ਝੂਠੋ ਸਦ ਸਾਜ ਹੈ। ਆ ਇੱਕ ਬਹੁਤ ਵੱਡਾ ਮਿਸਕਨਸੈਪਸ਼ਨ ਹੈ, ਭੁਲੇਖਾ ਹੈ, ਭਰਮ ਹੈ ਜਗਤ ਨੂੰ, ਕਿ ਜਿੰਨਾ ਮੇਰੇ ਕੋਲ ਧਨ, ਪਦਾਰਥ, ਸੰਪਦਾ, ਅਸੈਟਸ ਹੋਣਗੇ, ਉਹਨਾਂ ਮੇਰਾ ਤੇ ਮੇਰੇ ਪਰਿਵਾਰ ਦਾ ਜੀਵਨ ਸੁਖੀ ਹੋਏਗਾ। ਬਿਲਕੁਲ ਭਰਮ ਹੈ। ਬਹੁਤ ਸਾਰੀਆਂ ਸੈਲੀਬ੍ਰਿਟੀਜ਼, ਇੱਕ ਨਹੀਂ ਤੁਸੀਂ 10 ਗਿਣ ਸਕਦੇ ਹੋ, ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ, ਬੜਾ ਨਾਮ ਕਮਾਇਆ ਜੀਵਨ ਦੇ ਵਿੱਚ, ਔਰ ਜਦੋਂ ਬਿਮਾਰੀਆਂ ਨੇ ਘੇਰਿਆ, ਉਹਨਾਂ ਦੇ ਅਰਬਾਂ ਖਰਬਾਂ ਕਿਸੇ ਕੰਮ ਨਹੀਂ ਆਏ। ਕੈਂਸਰ ਨਾਲ ਕਿੰਨੇ ਹੀ ਗਏ ਨੇ, ਚਾਹੇ ਤੁਸੀਂ ਲਤਾ ਮੰਗੇਸ਼ਕਰ ਦੇਖ ਲਓ, ਚਾਹੇ ਸਟੀਵ ਜੌਬ ਦੇਖ ਲਓ, ਬਥੇਰੇ ਨੇ ਇੰਨੇ, ਤੁਸੀਂ ਨਾਮ ਗਿਣੋਗੇ ਤਾਂ ਹਜ਼ਾਰਾਂ ਲੱਭ ਜਾਣਗੇ ਤੁਹਾਨੂੰ, ਜਿਨ੍ਹਾਂ ਨੇ ਜਦੋਂ ਉਹਨਾਂ ਕੋਲ ਸਮਰੱਥਾ ਸੀ ਤਾਂ ਉਹਨਾਂ ਨੇ ਇਹੀ ਸੋਚਿਆ ਸੀ ਵੀ ਜਿੰਨਾ ਮੇਰਾ ਵੱਧ ਹੋ ਜਾਏ ਆ ਬਿਜ਼ਨਸ ਐਮਪਾਇਰ ਜਿਹੜਾ, ਉਹਨਾਂ ਮੇਰਾ ਸੁੱਖ ਜਿਹੜਾ ਮਲਟੀਪਲਾਈ ਹੋ ਜਾਏਗਾ, ਵੱਧ ਜਾਏਗਾ। ਆ ਭੁਲੇਖਾ ਸਾਹਿਬਾਂ ਨੇ ਸਮਝਾ ਦਿੱਤਾ। ਜੇ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਕਰ ਲਈਏ ਤਾਂ ਇਸ ਭਰਮ ਦੇ ਜਾਲ ਵਿੱਚ ਨਹੀਂ ਫਸਾਂਗੇ। ਗੁਰ ਪ੍ਰਸਾਦ ਭਰਮ ਕੋ ਨਾਸ, ਗੁਰੂ ਪਾਤਸ਼ਾਹ ਕੀ ਸਮਝਾ ਰਹੇ ਨੇ, ਆਪਾਂ ਬਹੁਤ ਵਾਰੀ ਪੜ੍ਹਿਆ। ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਵੇਖੈ ਨਿਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਜਦੋਂ ਸਾਹਿਬਾਂ ਨੇ ਇੰਨਾ ਪਿਆਰਾ ਬਚਨ ਬਖਸ਼ਿਸ਼ ਕਰ ਦਿੱਤਾ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ। ਸਾਰੀ ਸ੍ਰਿਸ਼ਟੀ ਦੇ ਰਾਜ ਭਾਗ ਦਾ ਮਾਲਕ ਵੀ ਪਰਮੇਸ਼ਰ ਦੀ ਬੰਦਗੀ ਤੋਂ, ਸਿਮਰਨ ਤੋਂ ਸਖਣਾ ਹੈ, ਤਾਂ ਕਹਿੰਦੇ ਉਹ ਕਦੇ ਸੁਖੀ ਹੋ ਨਹੀਂ ਸਕਦਾ। ਔਰ ਸੁਖ ਦੇਣ ਵਾਲਾ ਉਹ ਮਾਲਕ, ਇਸ ਲਈ ਉਹਨੂੰ ਚੇਤੇ ਕਰਨਾ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ, ਹੋਰ ਦੂਸਰਾ ਉਸ ਤੋਂ ਇਲਾਵਾ ਕੋਈ ਨਹੀਂ। ਇਸ ਕਰਕੇ ਉਹਨੂੰ ਚੇਤੇ ਕਰਨਾ। ਸਾਡਾ ਆਪਣੀ ਲੋੜ ਹੈ, ਸਾਡਾ ਆਪਣਾ ਸਵਾਰਥ ਹੈ, ਲੇਕਿਨ ਜਗਤ ਦੇ ਸੁਖ ਮਿਥਿਆ ਨੇ ਇਸ ਭਰਮ ਨੂੰ ਤਿਆਗਣਾ ਕਿ ਬਹੁਤਾ ਧਨ, ਬਹੁਤੀਆਂ ਪ੍ਰਾਪਰਟੀਆਂ, ਬਹੁਤੇ ਅਸੈਟਸ ਮੇਰੇ ਜੀਵਨ ਨੂੰ ਸੁਖਮਈ ਕਰ ਦੇਣਗੇ। ਆ ਭਰਮ ਹੈ, ਭੁਲੇਖਾ, ਮਿਥਿਆ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਕਹਿੰਦੇ ਆ ਬਿਨਸਨਹਾਰ ਜਿਹੜਾ ਪਦਾਰਥ ਨੇ, ਆ ਝੂਠਾ ਸਾਜ ਸਮਾਨ ਹੈ, ਜਿਹੜਾ ਤੈਨੂੰ ਸੁੱਖਾਂ ਵਿੱਚ ਤਬਦੀਲ ਨਹੀਂ ਹੋ ਸਕਦਾ, ਸੁੱਖਾਂ ਵਿੱਚ ਟਰਾਂਸਲੇਟ ਨਹੀਂ ਹੋ ਸਕਦਾ। ਇਹਦੀ ਬਹੁਤਾਤ ਜਿਹੜੀ ਹੈ, ਬਹੁਤ ਸਾਰੇ ਬਚਨ ਸਾਹਿਬਾਂ ਨੇ ਸਮਝਾਏ ਨੇ ਬਾਣੀ ਵਿੱਚ। ਕੋਟ ਬਿਗਨ ਤਿਸ ਲਾਗਤੇ, ਜਿਸਨੋ ਵਿਸਰੈ ਨਾਮ,
बाबा फरीद जी का बचन भी आप बड़ी बार साझा किया, फरीदा तिन्ना मुख डरावने जिन्हां विसारियो नाओ, इत्थे दुख कनेरिया डंके दी चोट ते निर्णय शब्द गुरु दा, गुरबाणी गुरु दा, निरंकार दा। वाह वाह बाणी निरंकार है, तिस जेवड़ अवर ना कोई। फरीदा तिन्ना मुख डरावने जिन्हां विसारियो नाओ, इत्थे दुख कनेरिया अगे ठौर ना ठौर दे दर करते टिकाणा नहीं मिलना। जे पदार्थां विच खोटे पदार्थां विच जुड़े होवांगे तां मन तन खोटा होना। खोटै पोतै ना पवै तिन हर गुर दर्श न होए, खोटै जात न पत है खोट न सीजस कोय, खोटै खोट कमावना आए गया पत खोए। बेपत हो के ਉਹਦੇ ਦਰ ਤੇ ਜਾਏਗਾ, ਕੋਈ ਪੁੱਛ ਪ੍ਰਤੀਤ ਨਹੀਂ ਹੋਣੀ ਉੱਥੇ। ਪੁੱਛ ਪ੍ਰਤੀਤ ਕਿੰਨਾ ਦੀ ਹੋਣੀ ਆ ਵੀ ਸਾਹਿਬਾਂ ਨੇ ਸਮਝਾਇਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕਢੇ ਜਜਮਾਲਿਆ, हाओ ना पायन कूड़ियार मुँह काले, दोजक चालिया तेरे नाए रत्ते से जिन गए। जीवन दी बाजी ਉਹ ਜਿੱਤ ਗਏ, ਉਹ ਜੇਤੂਆਂ ਵਾਂਗ ਹੱਥ ਉੱਚੇ ਕਰਕੇ ਗਏ ਉਸ ਬਾਪੂ ਦੇ ਕੋਲ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਬਹਾਲੇ। ਔਰ ਇਹ ਭੁਲੇਖਾ ਵੀ ਕੱਢ ਦੇਣ ਜੀਵ ਆਪਣੇ ਮਨਾਂ ਵਿੱਚੋਂ ਵੀ ਉੱਥੇ ਕੀਤੇ ਹੋਏ ਚੰਗੇ ਮਾੜੇ ਕੰਮਾਂ ਦਾ ਕੋਈ ਲੇਖਾ ਜੋਖਾ ਨਹੀਂ ਹੋਣਾ। ਕਬਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹੋਣਾ ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਵਹੀ, ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰਗਾਹ ਆਏ ਕੰਮ। ਇੱਥੇ ਕੀਤੇ ਹੋਏ ਚੰਗੇ ਮਾੜੇ ਕੰਮ ਉੱਥੇ ਅਕਾਊਂਟੇਬਲ ਨੇ, ਪੁੱਛੇ ਜਾਣੇ ਨੇ। सुपने जो तन पछान काहे पर करत मान, बारू की भीत जैसे वसुधा को राज है। वसुधा आखਦੇ ਨੇ ਜ਼ਮੀਨ ਨੂੰ, ਧਰਤੀ ਨੂੰ। ਧਰਤੀ ਦੇ ਟੁਕੜਿਆਂ ਨੂੰ ਇਕੱਠਾ ਕਰਨ ਦੀ ਔਰ ਵਧਾਉਣ ਦੀ ਲਾਲਸਾ ਮਨੁੱਖ ਵਿੱਚ ਸ਼ੁਰੂ ਤੋਂ ਹੈ, ਪ੍ਰਬਲ ਹੈ, ਹੁਣ ਵੀ ਹੈ, ਬਹੁਤ ਹੈ। ਰੱਜਦਾ ਨਹੀਂ। ਸਾਹਿਬਾਂ ਦੇ ਬਚਨ ਨੇ, ਸਹਿਜ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੇ। ਔਰ ਸੰਤੋਖੀ ਸੁਭਾਅ ਤੇ ਬਿਨਾ ਭਾਵੇਂ ਕਿੰਨਾ ਅੰਬਾਰ ਹੋ ਜਾਵੇ, ਢੇਰ ਲੱਗ ਜਾਣ, ਨਹੀਂ ਰੱਜਦਾ। ਅਸੀਂ ਦੇਖ ਰਹੇ ਹਾਂ ਇੱਥੇ ਅੰਬਾਨੀਆਂ, ਅਦਾਨੀਆਂ, ਟਾਟਿਆਂ, ਬਿਰਲਿਆਂ ਨੂੰ, ਜਿਹੜੇ ਨਿੱਕੇ ਨਿੱਕੇ ਜ਼ਮੀਨ ਦੇ ਟੁਕੜੇ ਤੇ ਵਾਹੀ ਕਰਕੇ, ਖੇਤੀ ਕਰਕੇ ਆਪਣੇ ਪਰਿਵਾਰ ਦੀ ਗੁਜ਼ਰ ਬਸਰ ਕਰ, ਉਹਨਾਂ ਦੀ ਜ਼ਮੀਨ ਦਾ ਟੁਕੜਾ ਹੜਪਣ ਲਈ ਵੀ 100 ਹੱਥਕੰਡੇ ਪਾਪੜ ਵੇਲੇ ਜਾ ਰਹੇ ਨੇ। ਆਪਣੇ ਕੋਲ ਪਤਾ ਨਹੀਂ ਕਿੰਨਾ ਹੈ, ਕੋਈ ਲੇਖਾ ਜੋਖਾ ਨਹੀਂ, ਫਿਰ ਵੀ ਉਹ ਨਿੱਕੇ ਨਿੱਕੇ ਜ਼ਮੀਨ ਦੇ ਟੁਕੜਿਆਂ ਦੇ ਮਾਲਕਾਂ ਤੇ ਵੀ ਨਿਗਾਹ ਔਰ ਉਹਨਾਂ ਨੂੰ ਹੜੱਪਣ ਲਈ ਸਾਰੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਔਰ ਐਗਜ਼ੀਕਿਊਟ ਕੀਤੀਆਂ ਜਾ ਰਹੀਆਂ। ਹਾਕਮ ਇਹੋ ਜਿਹੇ ਹੋਏ ਨੇ ਨਾ ਸਾਰੇ। ਸੁਪਨੇ ਜਿਉਂ ਧਨ ਪਛਾਣ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਵੇਂ ਸੁਪਨੇ ਵਿੱਚ ਸਪੋਜ਼ ਕਰੋ ਮੈਂ ਕਿਤੇ ਰਾਜ ਭਾਗ ਤੇ ਬੈਠਾ, ਮੈਂ ਬਹੁਤ ਧਨਾੜ ਹਾਂ, ਅੱਖ ਖੁੱਲੀਏ ਤੇ ਕੁਝ ਵੀ ਨਹੀਂ ਹੁੰਦਾ। ਕਹਿੰਦੇ ਇੱਥੋਂ ਦਾ ਜਿਹੜਾ ਧਨ ਪਦਾਰਥ ਸੰਪਦਾ ਜਿਹਨੂੰ ਇਕੱਠੇ ਕਰਨ ਲਈ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਚੈ, ਅੰਤ ਨਿਬੇਰਾ ਤੇਰੇ ਜੀ ਪੈ ਜੇ। ਤੂੰ ਭਾਵੇਂ ਆਪਣੀ ਵਾਈਫ ਨੂੰ, ਬੱਚਿਆਂ ਨੂੰ, ਰਿਸ਼ਤੇਦਾਰਾਂ, ਸੰਬੰਧੀਆਂ, ਮਿੱਤਰਾਂ ਨੂੰ ਪ੍ਰਸੰਨ ਕਰਨ ਲਈ ਬੜੇ ਯਤਨ ਕਰ ਰਹੇ ਹੈ ਔਰ ਬੜੇ ਜੁਗਤਾਂ ਨਾਲ ਵਲ ਛਲ ਨਾਲ ਕਮਾ ਕੇ ਉਹਨਾਂ ਨੂੰ, ਉਹਨਾਂ ਦੀ ਪ੍ਰਸੰਨਤਾ ਹਾਸਲ ਕਰਨ ਦਾ, ਆਪਣਾ ਨਾਮ ਕਰਨ ਦਾ ਕੋਸ਼ਿਸ਼ ਕਰ ਰਹੇ ਹਾਂ। ਪਰ ਕਹਿੰਦੇ ਜਿਹੜਾ ਵਲ ਛਲ ਕਰਕੇ ਤੂੰ ਬੇਈਮਾਨੀ ਨਾਲ ਧਨ ਕਮਾ ਕੇ ਲੈ, ਉਹਦਾ ਲੇਖਾ ਜੋਖਾ ਤੇਰਾ ਹੀ ਹੈ, ਤੈਨੂੰ ਅਕਾਊਂਟ ਦੇਣਾ ਪੈਣਾ। ਜੇ ਮੁਹਾਕਾ ਕਰਮ ਹੈ ਪਿਤਰੀ ਦੇ ਅੱਗੇ, ਵਸ ਸਿਆਣੀ ਹੈ ਪਿਤਰੀ ਚੋਰ ਕਰੇ। ਜਿਵੇਂ ਲਾਸਟ ਟਾਈਮ ਤੇ ਵੀਰ ਜੀ ਉੱਥੋਂ ਡਾਕਟਰ ਤੇਜੀ ਜੀ ਸਵਾਲ ਕਰ ਰਹੇ ਸੀ ਬਿਲ ਗੇਟਸ ਬਾਰੇ। ਸੋ ਇਹੋ ਜਿਹੇ ਬਹੁਤ ਮਿਲੀਅਨਰ ਬਿਲੀਅਨਰ ਹੈਗੇ ਨੇ ਜਿਹੜੇ ਬੇਈਮਾਨੀ ਨਾਲ ਧਨ ਇਕੱਠਾ ਕਰਕੇ ਫਿਰ ਇੱਕ ਛੋਟਾ ਜਿਹਾ ਪੋਰਸ਼ਨ ਚੈਰਿਟੀ ਵਿੱਚ ਵੀ ਦੇ ਦਿੰਦੇ ਨੇ ਤੇ ਉਹਦੀ ਪਬਲਿਸਿਟੀ ਇੰਨੀ ਕਰਦੇ ਨੇ ਲੋਕਾਂ ਨੂੰ ਲੱਗੇ ਵੀ ਇਹਦੇ ਵਰਗਾ ਧਨਾੜ, ਇਹਦੇ ਵਰਗਾ ਤਾਂ ਦਾਨ ਪੁੰਨ ਕਰਨ ਵਾਲਾ ਕੋਈ ਹੈ ਹੀ ਹੋਰ ਕੋਈ ਨਹੀਂ। ਪ੍ਰਵਾਨ ਉੱਥੇ ਦਿੱਤਾ ਹੋਇਆ ਉਹ ਬੇਈਮਾਨੀ ਦਾ ਧਨ ਉਸ ਮਾਲਕ ਨੂੰ ਭਾਵੇਂ ਜਿੰਨਾ ਮਰਜ਼ੀ ਬੇਈਮਾਨੀ, ਚੋਰੀ, ਠੱਗੀ, ਛਲ ਕਪਟ ਕਰਕੇ ਦੇ ਦੋ, ਉਹਦੇ ਦਰ ਤੇ ਨਹੀਂ। ਜਿਹੜੀ ਮਿਹਨਤ ਮੁਸ਼ੱਕਤ ਦੀ ਇੱਕ ਕੌਡੀ ਵੀ ਹੈ ਉਹ ਪ੍ਰਵਾਨ ਹੈ, ਬੇਈਮਾਨੀ ਵਾਲਾ ਨਹੀਂ ਪ੍ਰਵਾਨ। ਸੁਪਨੇ ਜਿਉਂ ਧਨ ਪਛਾਣ ਕਾਹੇ ਪਰ ਕਰਤਮਾਨ। ਕਹਿੰਦੇ ਅੱਜ ਕਿਸੇ ਕੋਲ ਹੈ, ਕੱਲ ਕਿਸੇ ਕੋਲ ਹੈ। ਔਰ ਸਾਹਿਬਾਂ ਦੇ ਬਚਨ ਨੇ ਕਿ ਜਿਹੜੇ ਆਪਾਂ ਪੜ੍ਹਦੇ ਹਾਂ,
संपत रथ धन राज स्यों अत नेह लगायो, काल फास जब गल परी सब भयो पराए। कहने संपदा नाल रथ मीनस जेडे ट्रांसपोर्ट के साधन ने, गड्डियां वड्डी चाहिदी है, ऑडी चाहिदी, ऑडी का लेटेस्ट मॉडल चाहिए, आ चाहिए है, हैलीकॉप्टर चाहिए, लोड़ नहीं, लेकिन मेरे कजन कोल है, मेरे गुआढ़ी कोल चाहिए है, देखा मैं इहो जी रेस च लगे हुए लोग। संपत रथ धन राज स्यों, धन पदार्थ चाहिए, असैट्स चाहिए है, रुतबा भी चाहिए, MLA बनना, कौंसलर तो MP बनना, मिनिस्टर बनना। इस दौड़ विच द्वारे द्वारे स्वान ज्यों डोलत सेव करत जन जन की, चाहे कुत्ते वांग उन्हां कोल जिन्हां कोल ताकत है, बल है, जिन्हां कोल मिल सकता है, उन्हां अगे कुत्ते वांग पूंछ लानी पवे। हिला रहे ने, देख रहे हैं, आप देख रहे हैं सब थावां ते, हर कम्युनिटी साडी कम्युनिटी ते ज्यादा ही मार है, लेकिन वो ऐसी कशिश है, ऐसा लोभ है, वो ग्रसिया होया हलकाए कुत्ते वांग मनुख ओहो जिहा आचरण करता है। सुपने जो तन पछान काहे पर करत मान, बारू की पीत, बारू आखदे ने बालू, रेत, रेत दी कंध दी किन्नी क मियाद हो सकदी, उस तो की सुख दी आस कर सकदे, ਉਹਦੀ ਤਾਂ ਛਾਂ ਵਿੱਚ ਵੀ ਨਹੀਂ ਬਹਿ ਸਕਦੇ ਦੋ ਘੜੀ। बारू की पीत, पीत आखदे ने दीवार, बारू की पीत जैसे वसुधा को राज है। ਕਹਿੰਦੇ ਇਸ ਧਰਤੀ ਦੀ ਮਿਲਕੀਅਤ, ਉਹ ਕਹਿੰਦੇ ਉਹ ਰੇਤ ਦੀ ਦੀਵਾਰ ਦੀ ਤਰ੍ਹਾਂ ਨੇ ਪਾਈ, ਉਹ ਤੈਨੂੰ ਸੁੱਖ ਨਹੀਂ ਦੇ ਸਕਦੇ। ਆ ਆਪਣੇ ਮਨ ਚੋਂ ਕੱਢਦੇ ਭੁਲੇਖਾ। ਆਰਗੂਮੈਂਟ ਕਰਨ ਵਾਲੇ ਬਥੇਰੇ ਕਰਨਗੇ, ਦੇਖੋ ਜੀ ਉਹਨੇ ਕਮਾਇਆ, ਅੱਗੋਂ ਉਹਨੇ ਬੱਚੇ ਮਾਣ ਰਹੇ ਨੇ, ਸੁੱਖ ਉਹਦੇ ਪੋਤੇ ਪੋਤੀਆਂ ਮਾਣ ਰਹੇ ਨੇ, ਉਹਦੇ ਗ੍ਰੈਂਡ ਚਿਲਡਰਨ ਮਾਣ ਰਹੇ ਨੇ। ਹੈਰਾਨੀ ਹੁੰਦੀ ਹੈ, ਸੱਚਮੁੱਚ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ, ਜਦੋਂ ਇੱਕ ਭੈਣ ਛੋਟੀ, ਮਾਂ ਪਿਓ ਚਲੇ ਗਏ, ਪ੍ਰੋਪਰਟੀ ਹੈਗੀ ਹੈ, ਵੱਡੇ ਭੈਣ ਭਰਾ ਬਜਾਏ ਕਿ ਉਹਦੇ ਸਿਰ ਤੇ ਹੱਥ ਰੱਖਣ ਕਿ ਭੈਣ ਫਿਕਰ ਨਾ ਕਰੀ, ਜੇ ਮਾਂ ਪਿਓ ਨਹੀਂ ਹੈਗੇ, ਅਸੀਂ ਬੈਠੇ ਆ, ਕਿਸੇ ਗੱਲ ਦੀ ਚਿੰਤਾ ਨਾ ਕਰੀ, ਉਹ ਸਭ ਤਰ੍ਹਾਂ ਦੇ ਹੱਥਕੰਡੇ ਵਰਤਦੇ ਨੇ ਉਹਨੂੰ ਉੱਥੋਂ ਡਿਪਰਾਈਵ ਕਰਨ ਦੀ, ਕਿ ਲਿਖ ਕੇ ਦੇ ਦੇ, ਸਾਈਨ ਕਰ ਦੇ, ਪ੍ਰੋਪਰਟੀ ਵੇਚ ਦਈਏ। ਨਿੱਕੇ ਨਿੱਕੇ ਟੁਕੜੇ 25-25 ਗਜ ਪਿੱਛੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ, ਦਾਸ ਨੇ ਬੜੇ ਦੇਖੇ ਨੇ। ਔਰ ਇੰਨੇ ਵਲ ਛਲ ਕਰਕੇ ਉਹ ਮਾਂ ਪਿਓ ਤੋਂ ਵੀ ਜੋ ਉਹਨਾਂ ਕੋਲ ਹੈਗਾ, ਜਿਨ੍ਹਾਂ ਨੇ ਦੇਣਾ ਹੈ, ਇਹ ਵੀ ਪਤਾ ਹੈ ਕਿ ਉਹ ਦੇਣਗੇ, ਹੋਰ ਕਿਸੇ ਗੁਆਂਢੀ ਦੇ ਬੱਚੇ ਨੂੰ ਨਹੀਂ ਦੇ ਕੇ ਜਾਣਗੇ, ਸਾਨੂੰ ਹੀ ਦੇ ਕੇ ਜਾਣਗੇ, ਫਿਰ ਵੀ ਹੁਣੇ ਹੀ ਦੇ ਦਿਓ, ਤੁਸੀਂ ਬਹਿ ਜਾਓ, ਉਦੋਂ ਬਾਅਦ ਤੁਹਾਨੂੰ ਪੁੱਛੀਏ ਨਾ ਪੁੱਛੀਏ, ਤੁਹਾਨੂੰ ਬਿਰਧ ਆਸ਼ਰਮ ਸੁੱਟੀਏ, ਕਿੱਥੇ ਸੁੱਟੀਏ, ਉਹ ਵੱਖਰੀ ਗੱਲ ਹੈ, ਲੇਕਿਨ ਦੇ ਦਿਓ। ਇਸ ਤਰ੍ਹਾਂ ਦੀ ਜਿਹੜੀ ਤ੍ਰਿਸ਼ਨਾ ਹੈ, ਇਸ ਤਰ੍ਹਾਂ ਦੀ ਜਿਹੜੀ ਭੁੱਖ ਹੈ, ਉਹਦਾ ਵਰਤਾਰਾ ਜਿਹੜੇ ਰੱਬ ਤੋਂ ਟੁੱਟੇ ਨੇ, ਸੰਗਤ ਤੋਂ ਟੁੱਟੇ ਨੇ, ਬਾਣੀ ਤੋਂ, ਸ਼ਬਦ ਤੋਂ ਟੁੱਟੇ ਨੇ, ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਰਾ ਹੈ। बारू की पीत जैसे वसुधा को राज है। सो साहिब बख्शिश करने कि ਜਿਹੜਾ ਧਨ ਪਦਾਰਥ ਬੇਈਮਾਨੀ ਨਾਲ ਜਿਹਦੇ ਅੰਬਾਰ ਇਕੱਠੇ ਕਰਕੇ ਤੂੰ ਇਹ ਸੋਚ ਰਿਹਾ ਕਿ ਮੇਰਾ ਜੀਵਨ ਸੁਖਮਈ ਹੋ ਜਾਏਗਾ, ਕਹਿੰਦੇ ਉਹ ਰੇਤ ਦੀ ਦੀਵਾਰ ਦੀ ਤਰ੍ਹਾਂ ਨੇ। ਔਰ ਜਿਵੇਂ ਜਦੋਂ ਹਨੇਰੀ ਚੱਲਦੀ ਹੈ, ਰੇਤ ਦੇ ਢੇਰ ਦੇ ਕੋਲ ਬੈਠੇ ਹੋਵੋਗੇ ਤਾਂ ਉਹਨੇ ਮੂੰਹ ਸਿਰ ਕੱਪੜੇ ਤੁਹਾਡੇ ਲਪੇੜਨੇ ਹੀ ਨੇ, ਉਹਦੇ ਚੋਂ ਕੁਝ ਚੰਗਾ ਹਾਸਲ ਹੋਣ ਵਾਲਾ ਨਹੀਂ ਹੁੰਦਾ। ਨਾਨਕ ਜਨ ਕਹਿਤ ਬਾਤ ਬਿਨ ਸਜੈ ਹੈ ਤੇਰੋ ਗਾਤ, ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ। ਸਾਹਿਬਾਂ ਨੇ ਬਹੁਤ ਖੂਬਸੂਰਤ ਮਿਸਾਲ ਘੜੇ ਦੀ ਦਿੱਤੀ ਹੋਈ ਹੈ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਕਹਿੰਦੇ ਹਰ ਪਲ ਜਿਵੇਂ ਕਰੈਕ ਹੋਏ ਘੜੇ ਚੋਂ, ਤਿੜਕੇ ਹੋਏ ਘੜੇ ਚੋਂ ਪਾਣੀ ਭਰਿਆ ਹੋਵੇ ਤਾਂ ਹਰ ਸਮੇਂ ਥੋੜਾ ਥੋੜਾ ਰਿਸਦਾ ਰਹਿੰਦਾ, ਤੇ ਉਹਨੇ ਕਿਸ ਦਿਨ ਘੜੇ ਨੇ ਖਾਲੀ ਹੋ ਜਾਣਾ, ਫਿਰ ਕਿਸੇ ਕੰਮ ਦਾ ਨਹੀਂ ਟੁੱਟਿਆ ਹੋਇਆ ਤਿੜਕਿਆ ਹੋਇਆ ਘੜਾ। ਸਰੀਰ ਰੂਪੀ ਇਹ ਭਾਂਡਾ ਵੀ, ਸਾਹਿਬਾਂ ਨੇ ਭਾਂਡਾ ਵੀ ਕਿਹਾ, ਘਟ ਵੀ ਕਿਹਾ, ਇਹ ਵੀ ਇਸ ਤਰ੍ਹਾਂ ਹੀ ਹੈ ਜਿਹਦੇ ਚੋਂ ਸਵਾਸਾਂ ਰੂਪੀ ਉਹ ਜਲ ਜਿਹੜਾ ਹਰ ਸਮੇਂ ਰਿਸ ਰਿਹਾ, ਇੱਕ ਦਿਨ ਖਤਮ ਹੋ ਜਾਣਾ। ਤੇ ਮਿੱਟੀ ਦੇ ਭਾਂਡੇ ਦੀ ਕਹਾਂ ਵਿਸਾਸਾ, ਇਸ ਭਾਂਡੇ ਕਾ ਇਤਨਾ ਕੁ ਲਾਗੇ ਠਨਕਾ, ਕਦੋਂ ਇਹਨੇ ਟੁੱਟ ਜਾਣਾ ਉਹਦੇ ਹੁਕਮ ਦੇ ਵਿੱਚ ਕੋਈ ਪਤਾ ਨਹੀਂ, ਇਹਦਾ ਕੀ ਮਾਣ ਕਰਨਾ। ਨਾਨਕ ਜਨ ਕਹਿਤ ਬਾਤ, ਤੁਹਾਡਾ ਸੇਵਕ ਨਾਨਕ ਆਖਦਾ ਬਿਨ ਸਜੈ ਹੈ ਤੇਰੋ ਗਾਤ, ਇਹ ਤੇਰਾ ਸਰੀਰ ਜਿਸ ਤੇ ਬੜਾ ਮਾਣ ਕਰਦਾ,
ਸਰੀਰ ਦਾ ਵੀ, ਰੂਪ ਦਾ ਵੀ, ਧਨ ਦਾ ਵੀ, ਗੁਣਾਂ ਦਾ ਵੀ ਮਨੁੱਖ ਬਹੁਤ ਮਾਣ ਕਰਦਾ ਹੈ। ਕਹਿੰਦੇ ਆ ਹਰ ਪਲ, ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਨਾ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨ ਸਹਿੰਦਿਆਂ, ਸੇ ਪੰਖੀ ਸੂਏ ਭੇਟ। ਕਹਿੰਦੇ ਮੈਂ ਉਹ ਵੀ ਸਰੀਰ ਦੇਖੇ ਨੇ ਜਿਨ੍ਹਾਂ ਵਿੱਚ ਅੱਖਾਂ ਵਿੱਚ ਕਜਲਾ ਵੀ ਪਾਉਂਦੇ ਸੀ ਤਾਂ ਅੱਖਾਂ ਬਰਦਾਸ਼ਤ ਨਹੀਂ ਕਰਦੀਆਂ ਸੀ, ਇੰਨੀਆਂ ਸੈਂਸਿਟਿਵ ਸੀ। ਔਰ ਇੰਨੇ ਰੂਪ ਵਾਲੇ, ਬਲ ਵਾਲੇ, ਧਨ ਵਾਲੇ ਕਹਿੰਦੇ ਦੇਖੇ ਨੇ। ਉਹ ਅਖੀਰ ਚ ਸਾਰੇ ਦੇ ਸਾਰੇ ਰਾਮ ਗਇਓ, ਰਾਮਨ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ, ਰਾਜਾ ਰੰਕ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਸ਼ੇਖ ਹयाती जग ना कोई फिर रहा, जित आसन हम बैठे केते बैस गया। ਔਰ ਇੱਕ ਬਹੁਤ ਖੂਬਸੂਰਤ ਜਿਹੜਾ ਆ ਉਤਪਤੀ ਦਾ ਤੇ ਵਿੰਸਣ ਦਾ ਫਿਨੋਮੀਨਾ ਹਰ ਸਮੇਂ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ। ਸਾਹਿਬਾਂ ਨੇ ਬੜਾ ਖੂਬਸੂਰਤ ਸਮਝਾਇਆ ਨਾ, ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨਸੈ ਨੀਤ ਜਗ ਰਚਨਾ, ਤੈਸੇ ਰਤੀ ਕਉ ਨਾਨਕ ਸੁਨਮੀ। ਕਹਿੰਦੇ ਹਰ ਪਲ ਹਰ ਛਿਨ ਜਿਵੇਂ ਬੁਲਬੁਲੇ ਪਾਣੀ 'ਚ ਬਣ ਰਹੇ ਨੇ, ਬਿਨਸ ਰਹੇ ਨੇ। ਕਹਿੰਦੇ ਜੀਵ ਪੈਦਾ ਹੋ ਰਹੇ ਨੇ, ਜਾ ਰਹੇ ਨੇ, ਪੈਦਾ ਹੋ ਰਹੇ ਨੇ, ਜਾ ਰਹੇ ਨੇ। ਆ ਤਾਂ ਉਹਦੀ ਖੇਡ ਬਣੀ ਹੋਈ ਆ, ਆਮਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹਦੇ ਹੁਕਮ ਦੇ ਵਿੱਚ ਆਣਾ ਜਾਣਾ ਸੰਸਾਰ ਤੋਂ ਲੱਗਾ ਹੈ, ਔਰ ਸਾਨੂੰ ਕੋਈ ਪਤਾ ਨਹੀਂ। ਸਾਹਿਬਾਂ ਨੇ ਕਿਹਾ ਕਿ ਸਮਝਾਇਆ ਕਿ ਬਹੁਤ ਲੰਮੇ ਲੰਮੇ ਦੂਰ ਦੀਆਂ ਪਲੈਨਿੰਗਸ ਬਣਾ ਕੇ ਨਾ ਬੈਠਾ ਰਹਿ ਭਾਈ, ਹਮ ਆਦਮੀ ਹਾਂ ਇੱਕਦਮੀ। ਸਾਡੇ ਤਾਂ ਸਾਹ ਦਾ ਜਿਹੜਾ ਅੰਦਰ ਲਿਆ ਉਹਨੇ ਵਾਪਸ ਕੱਢਣ ਦਾ ਹੁਕਮ ਵੀ ਹੋਣਾ ਕਿ ਨਹੀਂ ਹੋਣਾ ਕਹਿ ਨਹੀਂ ਸਕਦੇ। ਇਸ ਲਈ ਸਾਹਿਬਾਂ ਨੇ ਸਮਝਾਇਆ ਵੀ ਉਹਨੂੰ ਚੇਤੇ ਕਰਨ ਲੱਗਿਆ ਟਾਲ ਮਟੋਲ ਨਹੀਂ ਕਰਨੀ, ਆਲਸ ਨਹੀਂ ਕਰਨਾ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਅਗਲਾ ਸਾਹ ਆਉਣਾ ਵੀ ਕਿ ਨਹੀਂ ਆਉਣਾ। ਇਹ ਮੇਰੀ ਜਿੰਦ, ਉਹਨੂੰ ਚੇਤੇ ਕਰਨ ਲੱਗਿਆ ਆਲਸ ਨਾ ਕਰ ਔਰ ਟਾਲ ਮਟੋਲ ਨਾ ਕਰ। ਅਕਸਰ ਅਸੀਂ ਕਰਦੇ ਹਾਂ। ਸੋ ਜਦੋਂ ਵੀ ਸਮਾਂ ਮਿਲੇ, ਜਦੋਂ ਵੀ ਸਪਲਿਟ ਸੈਕਿੰਡ ਲਈ ਵੀ ਆਪਾਂ ਖਾਲੀ ਹੁੰਦੇ ਹਾਂ, ਉਹਦਾ ਸ਼ੁਕਰਾਨਾ ਕਰਨ ਵਿੱਚ ਕੋਈ ਭਾਰ ਨਹੀਂ ਚੁੱਕਣਾ ਪੈਂਦਾ, ਕੋਈ ਔਖਾ ਨਹੀਂ ਹੁੰਦਾ। ਵਾਹਿਗੁਰੂ ਕਹਿਣ ਵਿੱਚ, ਮੂਲ ਮੰਤਰ ਕਹਿਣ ਵਿੱਚ, ਕਿਸੇ ਸ਼ਬਦ ਦੀਆਂ 2 ਪੰਕਤੀਆਂ ਕਹਿਣ ਵਿੱਚ, ਉਸ ਪੰਕਤੀਆਂ ਨਾਲ ਮਨ ਨੂੰ ਸਮਝਾਉਣ ਵਿੱਚ ਕੋਈ ਔਖਾ ਕੰਮ ਨਹੀਂ। ਅਗਰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਗੁਰੂ ਦੇ ਚਰਨਾਂ ਨਾਲ ਪਿਆਰ ਨਾਲ ਜੁੜੇ ਹੋਈਏ, ਤਾਂ ਉਹ ਹਮੇਸ਼ਾ ਨਾਲ ਹੁੰਦਾ ਨਾ। ਆਪਾਂ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉਹ ਐਸਾ ਮਿੱਤਰ ਹੈ, ਉੱਥੇ ਹੀ ਸਾਡੀ ਮਦਦ ਕਰਦਾ। ਔਰ ਮਨ ਨੂੰ ਸਮਝਾਉਣ ਲਈ ਵੀ ਗੁਰੂ ਪਾਤਸ਼ਾਹ ਨੇ ਕਿਹਾ ਹੋਰ ਦੂਸਰੀ ਕੋਈ ਵਿਧੀ, ਕੋਈ ਤਰੀਕਾ, ਕੋਈ ਜੁਗਤ, ਕੋਈ ਸਾਧਨ ਨਹੀਂ ਹੈ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ। ਗੁਰੂ ਦੇ ਸ਼ਬਦ ਨਾਲ ਉਹਦੀ ਸਿਫਤ ਸਲਾਹ ਕੀਤਿਆਂ ਹੀ ਮਨ ਸਮਝਦਾ। ਹੋਰ ਕੋਈ ਵਿਧੀ ਨਹੀਂ ਹੈ, ਕੋਈ ਜੁਗਤ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਇਸ ਲਈ ਸਾਹਿਬਾਂ ਦੇ ਬਚਨਾਂ ਤੇ ਭਰੋਸਾ ਕਰਨਾ, ਬਚਨਾਂ ਨੂੰ ਪਿਆਰ ਨਾਲ ਪੜ੍ਹਨਾ ਵੀ ਹੈ। ਆਇਓ ਪੜ੍ਹਨ ਸੁਣਨ, ਆਇਓ ਸੁਣਨ ਪੜ੍ਹਨ ਕੋ ਬਾਣੀ। ਇਸ ਲਈ ਆਏ ਅਸੀਂ ਇੱਥੇ। ਔਰ ਬਾਣੀ ਨੂੰ ਵਿਚਾਰਨਾ ਵੀ ਹੈ, ਔਰ ਬਾਣੀ ਨੂੰ ਕਮਾਉਣਾ ਵੀ, ਉਸ ਤੇ ਅਮਲ ਵੀ ਕਰਨਾ, ਮੰਨਣਾ ਵੀ ਹੈ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਨਾਨਕ ਜਨ ਕਹਿਤ ਬਾਤ ਬਿਨ ਸਜੈ ਹੈ, ਤੇਰੋ ਗਾਤ। ਕੇ ਤੇਰਾ ਸਰੀਰ ਭਾਵੇਂ ਕਿੰਨਾ ਸੁੰਦਰ ਹੈ, ਕਿੰਨਾ ਬਲਸ਼ਾਲੀ ਹੈ, ਕਹਿੰਦੇ ਇਹਨੇ ਉਹ ਕੱਚੇ ਘੜੇ ਦੀ ਤਰ੍ਹਾਂ ਕਿਸੇ ਸਮੇਂ ਵੀ ਉਹਦੇ ਹੁਕਮ ਦੇ ਵਿੱਚ ਬਿਨਸ ਜਾਣਾ, ਖਤਮ ਹੋ ਜਾਣਾ, ਟੁੱਟ ਜਾਣਾ। ਔਰ ਜਿਵੇਂ ਪਾਣੀ ਰਿਸ ਰਿਹਾ ਇਹਦੇ ਵਿੱਚੋਂ, ਸਵਾਸਾ ਰੂਪੀ ਕੜੇ ਚੋਂ ਪਾਣੀ ਰਿਸਦਾ, ਤਿੜਕੇ ਹੋਏ ਚੋਂ ਛਿਨ ਛਿਨ ਕਰ ਗਇਓ ਕਾਲ। ਕਹਿੰਦੇ ਛਿਨ ਛਿਨ ਵਿੱਚ ਜਿਵੇਂ ਕੱਲ ਬੀਤ ਹੋ ਗਿਆ, ਸਮਾਂ ਬੀਤ ਗਿਆ ਨਾ, ਇਸ ਤਰ੍ਹਾਂ ਹੀ ਅੱਜ ਵੀ ਬੀਤ ਰਿਹਾ। ਉਸ ਸਮੇਂ ਨੂੰ ਫੜ ਥੋੜੀ ਸਕਦੇ, ਉਸ ਸਮੇਂ ਨੂੰ ਰੋਕ ਨਹੀਂ ਸਕਦੇ। ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆ ਜਾ। ਜਿਵੇਂ ਕੱਲ ਬੀਤ ਗਿਆ ਤੇਰਾ, ਇਸੇ ਤਰ੍ਹਾਂ ਹੀ ਪਲ ਪਲ ਵਿੱਚ ਅੱਜ ਵੀ ਬੀਤ ਜਾਣਾ ਹੈ। ਔਰ ਇਸ ਤਰ੍ਹਾਂ ਹੀ ਕਰਦਿਆਂ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਪਤਾ ਨਹੀਂ ਲੱਗਣਾ ਕਦੋਂ ਉਹਨੇ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੇ। ਜਦੋਂ ਅਚਾਨਕ ਚੱਲਦਾ ਚੱਲਦਾ ਸਰੀਰ ਹੱਸਦਾ ਖੇਡਦਾ, ਇੱਕਦਮ ਫੈਕਲਟੀਜ਼ ਜਿਹੜੀਆਂ ਜਵਾਬ ਦੇਣੀਆਂ ਸ਼ੁਰੂ ਹੋ ਜਾਂਦੀਆਂ, ਫੇਲੀਅਰ ਸ਼ੁਰੂ ਹੋ ਜਾਂਦਾ। ਕਿਡਨੀ ਨੇ ਕੰਮ ਕਰਨਾ ਬੰਦ ਕਰਤਾ, ਹਾਰਟ ਨਹੀਂ ਚੱਲ ਰਿਹਾ, ਲੀਵਰ ਨਹੀਂ ਕੰਮ ਕਰ ਰਿਹਾ, ਪੈਨਕ੍ਰੀਜ਼ ਨਹੀਂ ਕੰਮ ਕਰ ਰਿਹਾ, ਅੱਖਾਂ ਦੀ ਜੋਤ ਨਹੀਂ ਹੈ, ਨੈਣੋ ਨੀਰ ਬਹਿ ਤਨ ਕੀਨਾ ਭਏ, ਕੇਸ ਦੁਦਵਾਨੀ ਰੂਹ ਦਾ ਕੰਠ।
शब्द नहीं उचरै क्या करें प्राणी। ਜਦੋਂ ਅੱਖਾਂ ਤੋਂ ਦੇਖਣ ਦੀ ਦ੍ਰਿਸ਼ਟੀ ਰਹਿ ਜਾਏਗੀ, ਕੰਨਾਂ ਤੋਂ ਸੁਣਨ ਦੀ ਸਮਰੱਥਾ ਰਹਿ ਜਾਏਗੀ, ਬੋਲ ਵੀ ਸ਼ੁੱਧ ਨਹੀਂ ਨਿਕਲਣੇ, ਉੱਠ ਵੀ ਨਹੀਂ ਹੋਣਾ, ਜਾ ਵੀ ਨਹੀਂ ਹੋਣਾ ਛੇਤੀ ਕਿਤੇ ਉਦਮ ਕਰਕੇ, ਭਾਈ ਉਦੋਂ ਤਾਂ ਉਹ ਇਸ ਤਰ੍ਹਾਂ ਦਾ ਵਰਤਾਰਾ ਹੋਏਗਾ ਵੀ ਜਿਵੇਂ ਅੱਗ ਲੱਗਣ ਤੇ ਖੂਹ ਖੋ ਦੇਣਾ। ਇਸ ਲਈ ਸਮਾਂ ਰਹਿੰਦਿਆਂ ਜਿਹੜਾ ਬੀਤ ਗਿਆ ਕੋਈ ਗੱਲ ਨਹੀਂ, ਅੱਗੇ ਤੋਂ ਅੱਜ ਤੋਂ ਹੀ ਹੁਣ ਤੋਂ ਹੀ ਜੇ ਸੁਚੇਤ ਹੋ ਕੇ ਗੁਰੂ ਦੇ ਬਚਨਾਂ ਅਨੁਸਾਰ ਉਸ ਮਾਲਕ ਦੇ ਸਿਮਰਨ ਨਾਲ, ਬੰਦਗੀ ਨਾਲ, ਔਰ ਸਿਮਰਨ ਕਰਨ ਲਈ ਜ਼ਰੂਰੀ ਨਹੀਂ ਕਿ ਕਮਰਾ ਬੰਦ ਕਰਕੇ, ਲਾਈਟਾਂ ਬੰਦ ਕਰਕੇ, ਜਾਂ ਸਾਰਿਆਂ ਨੂੰ ਵੀ ਮੈਨੂੰ ਡਿਸਟਰਬ ਨਾ ਕਰਿਓ, ਫੋਨ ਬੰਦ ਕਰਤਾ, ਮੈਂ ਤਾਂ ਪਾਠ ਕਰਨ ਲੱਗਾ, ਸਿਮਰਨ ਕਰਨ ਲੱਗਾ, ਐਸੀ ਕੋਈ ਗੱਲ ਨਹੀਂ। ਤੁਸੀਂ ਟਰੈਵਲ ਕਰਦੇ ਆ, ਤੁਸੀਂ ਤੁਰਦੇ ਆ, ਫਿਰਦੇ ਆ, ਕਾਰ ਵਿਹਾਰ ਕਰਦੇ ਆ, ਜੁਗਤ ਬਖਸ਼ਿਸ਼ ਕੀਤੀ ਹੈ ਨਾ ਗੁਰੂ ਪਾਤਸ਼ਾਹ ਨੇ ਭਗਤ ਬਾਣੀ 'ਚ। ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਜੁੜਿਆ ਹੋਣਾ ਚਾਹੀਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦੇ ਬਚਨਾਂ ਦੀ ਵਿਚਾਰ ਹੱਥੀਂ ਕਿਰਤ ਕਰਦਿਆਂ ਵੀ ਨਾਲ ਸਾਈਮਲਟੇਨੀਅਸਲੀ ਚੱਲ ਸਕਦੀ ਹੈ। ਰਾਦਰ ਉਹ ਕੰਮ ਤੁਹਾਡਾ ਇੰਨਾ ਸੁਚੱਜੇ ਢੰਗ ਨਾਲ ਜਿਹੜਾ ਉਹ ਪੂਰਾ ਹੋਏਗਾ ਜਦੋਂ ਉਸ ਮਾਲਕ ਨਾਲ ਦਾਸ ਨੇ ਤਾਂ ਸੈਂਕੜੇ ਅਨੁਭਵ ਕੀਤੇ ਨੇ। ਅਸੀਂ ਜਿਸ ਕੰਮ ਦੇ ਬਾਰੇ ਬੜੀ ਚਿੰਤਾ ਲੱਗੀ ਹੁੰਦੀ, ਕਿਵੇਂ ਹੋਏਗਾ, ਕਿੱਦਾਂ ਹੋਏਗਾ, ਕਿਵੇਂ ਕਰਾਂਗੇ, ਜਦੋਂ ਉਹ ਰਹਿਮਤ ਕਰਕੇ ਕਿਤੇ ਛਿਨਪਨ ਲਈ ਵੀ ਆਪਣੀ ਯਾਦ ਵਿੱਚ ਜੋੜ ਦਿੰਦਾ ਤਾਂ ਉਹ ਕੰਮ ਜਿਹੜਾ ਬਹੁਤ ਵੱਡਾ ਪਹਾੜ ਵਰਗਾ ਦਿਖਦਾ, ਉਹ ਇੰਨਾ ਸੁਖੈਨ ਹੋ ਜਾਂਦਾ ਹੈ ਕਿ ਉਹਦੇ ਵਿੱਚ ਫਿਰ ਮਨ ਚੋਂ ਸ਼ੁਕਰਾਨਾ 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 ਨਿਕਲਦਾ। ਹਰ ਪਲ ਉਹਨੂੰ ਸ਼ੁਕਰਾਨਾ ਕਰਨਾ ਵੀ, ਉਹਨੂੰ ਯਾਦ ਕਰਨਾ ਹੈ। ਪਾਣੀ ਪੀਣ ਲੱਗਿਆ, ਚੰਗੇ ਕੱਪੜੇ ਪਹਿਨਣ ਲੱਗਿਆ, ਚੰਗੀ ਗੱਡੀ ਵਿੱਚ ਬੈਠਣ ਲੱਗਿਆ, ਚੰਗੇ ਬਿਸਤਰ ਤੇ ਸੌਣ ਲੱਗਿਆ, ਸਾਰੀਆਂ ਜੁਗਤਾਂ ਸਾਹਿਬਾਂ ਨੇ ਸਮਝਾਈਆਂ ਨੇ ਨਾ ਸੁਖਮਨੀ ਸਾਹਿਬ। ਪਰਫਿਊਮ ਪਾਉਣ ਲੱਗਿਆ, ਡੀਓ ਪਾਉਣ ਲੱਗਿਆ, ਸ਼ੀਸ਼ੇ ਸਾਹਮਣੇ ਤਿਆਰ ਹੋਣ ਲੱਗਿਆ, ਆਪਣੇ ਸਰੀਰ ਦੀ ਅਰੋਗਤਾ ਨੂੰ ਦੇਖਦਿਆਂ ਹੋਇਆਂ, ਹਰ ਇੱਕ ਉਹਦੀ ਦਾਤ ਨੂੰ ਚੇਤੇ ਕਰਦਿਆਂ ਹੋਇਆਂ ਦਾਤਾਰ ਨੂੰ ਚੇਤੇ ਕਰਨਾ ਹੈ। ਦਾਤ ਨਾਲ ਜੋੜ ਕੇ ਵੀ ਕਰੋਗੇ, ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ। ਸੋ ਸਾਹਿਬਾਂ ਨੇ ਸਾਨੂੰ ਸੁਚੇਤ ਕੀਤਾ ਇਹਦੇ ਵਿੱਚ ਕਿ ਜਿਸ ਕੰਮ ਲਈ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੈ ਮਨੇ ਬਸੇਰਾ, ਨਿਜ ਘਰ ਮਹਿਲ ਪਾਉ ਸੁਖ ਸਹਿਜੇ, ਬਹੁਰ ਨਾ ਹੋਏ ਜੋ ਫੇਰਾ। ਜਿਸ ਕੰਮ ਲਈ ਆਏ ਆ, ਜਿਸ ਵਸਤੂ ਨੂੰ, ਜਿਸ ਧਨ ਨੂੰ ਇਕੱਤਰ ਕਰਨ ਲਈ ਆਏ ਆ, ਵਿਹਾਜਣੋਂ ਮੀਨਸ ਕਿ ਉਹਨੂੰ ਇਕੱਠਾ ਕਰੋ, ਉਸ ਨੂੰ ਵਪਾਰ ਕਰੋ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਔਰ ਸੱਚੇ ਵਪਾਰ ਦਾ ਬਿਜ਼ਨਸ ਓਨਰ ਗੁਰੂ ਹੈ। ਧਨਵੰਤ ਨਾਮ ਕੇ ਬਣਜਾਰੇ, ਸਾਂਝੀ ਕਰੋ ਨਾਮ ਧਨ ਖਾਟੋ। ਸਮਝਾ ਦਿੱਤਾ ਗੁਰੂ ਪਾਤਸ਼ਾਹ ਨੇ ਬਹੁਤ ਸਪਸ਼ਟ। ਸਾਂਝੀ ਕਰੋ, ਗੁਰੂ ਪਾਤਸ਼ਾਹ ਨਾਲ ਭਾਈਵਾਲੀ ਪਾ ਲਓ। ਸਾਂਝੀ ਕਰੋ ਤੇ ਕੀ ਕਮਾਓ? ਨਾਮ ਧਨ ਖੱਟੋ। ਨਾਮ ਧਨ ਖਾਟੋ ਕਿਵੇਂ? ਗੁਰ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ। ਹੋਰ ਇਸ ਤੋਂ ਸਪਸ਼ਟ ਕੀ ਸਾਹਿਬ ਸਮਝਾਉਣ? ਸਾਹਿਬਾਂ ਨੇ ਸਮਝਾਉਣ ਵਿੱਚ ਕੋਈ ਰੱਤੀ ਪਰ ਊਣ ਕਮੀ ਨਹੀਂ ਹੈ। ਸਾਡੀ ਬੁੱਧੀ ਵਿੱਚ, ਸਾਡੇ ਸਮਝਣ ਵਿੱਚ, ਸਾਡੇ ਉਸ ਨੂੰ ਕਮਾਉਣ ਵਿੱਚ ਸੈਂਕੜੇ ਖਾਮੀਆਂ ਹੋ ਸਕਦੀਆਂ ਨੇ। ਗੁਰੂ ਪਾਤਸ਼ਾਹ ਦੇ ਬਚਨ ਤਾਂ ਸਾਹਿਬ ਸਮਝਾਉਂਦੇ ਨੇ, ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦਾ ਇੱਕ ਬਚਨ ਹੀ ਕਮਾਉਣ ਵਾਲੇ ਪਾਸੇ ਤੁਰ ਪੋ, ਤੁਹਾਨੂੰ ਚੇਟਕ ਲੱਗ ਜਾਏਗੀ। ਉਹਦੇ ਬਚਨਾਂ ਨਾਲ ਪ੍ਰੀਤ ਜਾਗ ਜਾਏਗੀ। ਸੁਨ ਸੁਨ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਅ। ਉਹਦੇ ਦੀਦਾਰ ਕਰਨ ਦੀ ਤਾਂ ਅੰਦਰ ਲਾਲਸਾ ਪੈਦਾ ਹੋ ਜਾਏਗੀ। ਗੁਰੂ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ। ਇਹ ਤਾਂਗ, ਇਹ ਬਿਰਹਾ, ਉਸਨੂੰ ਮਿਲਣ ਦੀ ਤੜਪ, ਵਿਛੋੜਾ ਸਾਡੇ ਸਾਰਿਆਂ ਦੇ ਮਨਾਂ ਵਿੱਚ ਗੁਰੂ ਪਾਤਸ਼ਾਹ ਪਰਮੇਸ਼ਰ ਰਹਿਮਤ ਕਰਕੇ ਪਾ ਦੇਣ ਤੇ ਉਸ ਪ੍ਰੀਤ ਨੂੰ ਨਿਭਾਉਣ ਦੀ, ਉਗਾਉਣ ਦੀ ਵੀ ਆਪ ਰਹਿਮਤ ਕਰਕੇ ਸਮਰੱਥਾ ਬਖਸ਼ਿਸ਼ ਕਰਨ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਹੈ, ਇਹ ਜੀਵਨ ਯਾਤਰਾ ਜਿਹੜੀ ਹੈ ਸਫਲ ਹੋ ਸਕੇ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ, ਗਲਤੀਆਂ, त्रुटियां ਅਵੱਗਿਆ ਹੋਈਆਂ ਹੋਣਗੀਆਂ, ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ। ਇਸ ਕੀੜੇ ਕਰਮ ਤੇ ਤਰਸ ਕਰਕੇ ਅਸੀਸ ਬਖਸ਼ਿਸ਼ ਕਰਨੀ। ਜਿਨ੍ਹਾਂ ਬਚਨਾਂ ਦੀ ਗੁਰਦੇਵ ਪਿਤਾ ਨੇ, ਨਿਰੰਕਾਰ ਪਿਤਾ ਨੇ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਸਾਂਝ ਕਰਾਈ ਹੈ, ਉਸ ਤੇ ਦਾਸ ਦਾ ਅਮਲ ਹੋਵੇ, ਕਥਨੀ ਤੇ ਕਰਨੀ ਦਾ ਅੰਤਰ ਨਾ ਹੋਵੇ। ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਕੀ ਸੰਗਤ ਦੇ ਚਰਨ ਪਰਸਦੇ ਰਹਿਣ ਦਾ ਸਾਹਿਬ ਸੁਭਾਗ ਸਮਾ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ